ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਭਾਰਤ ਤੇ ਦੁਨੀਆ ਭਰ ਦੇ ਆਡੀਓ ਪ੍ਰਾਈਮ ਟਾਈਮ ਦੇ ਵਿੱਚ ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲਾਂ ਦੱਸ ਦਈਏ ਮੁੜ ਤੋਂ ਲੋਕਡਾਊਨ ਦੀ ਜਿਹੜੀ ਖਬਰ ਹੈ ਉਸ ਦੇ ਬਾਰੇ ਸਰਕਾਰ ਦਾ ਕੀ ਕਹਿਣਾ ਕਿ 18 ਜੂਨ ਨੂੰ ਫਿਰ ਤੋਂ ਸਖਤੀ ਨਾਲ ਲੋਕਡਾਊਨ ਲੱਗ ਸਕਦਾ ਹੈ। ਪਰ ਭਾਰਤ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਇੱਕ ਫੇਕ ਖਬਰ ਹੈ। ਫਿਰ ਤੋਂ ਲੋਕਡਾਊਨ ਸਖਤ ਨਹੀਂ ਹੋਣ ਵਾਲਾ। ਸੋਸ਼ਲ ਮੀਡੀਆ ਤੇ ਕਈ ਸੁਨੇਹੇ ਸਾਂਝੇ ਕੀਤੇ ਜਾ ਰਹੇ ਸੀ ਕਿ 18 ਜੂਨ ਨੂੰ ਇੱਕ ਵਾਰ ਫਿਰ ਤੋਂ ਸਖਤ ਲੋਕਡਾਊਨ ਲੱਗ ਸਕਦਾ ਹੈ, ਪਰ ਇਹ ਹੁਣ ਨਹੀਂ ਲੱਗੇਗਾ। ਭਾਰਤ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ। ਚੀਨ ਨਾਲ ਪਏ ਪੰਗੇ ਤੋਂ ਬਾਅਦ ਭਾਰਤੀ ਫੌਜ ਨੇ ਕਮਰ ਕੱਸ ਲਈ ਹੈ ਤੇ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਲਈ ਕਹਿ ਦਿੱਤਾ ਗਿਆ। ਸਰਹੱਦਾਂ ਦੇ ਉੱਤੇ ਫੌਜੀਆਂ ਨੂੰ ਖਾਸ ਕਰਕੇ ਭਾਰਤ ਪਾਕਿਸਤਾਨ ਸਰਹੱਦ ਤੇ ਚੌਕਸੀ ਵਧਾ ਦਿੱਤੀ ਗਈ ਹੈ। ਸਰਹੱਦ ਪਾਰ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉੱਚ ਅਧਿਕਾਰੀਆਂ ਨੇ ਅਟਾਰੀ ਸਰਹੱਦ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈਗਾ। ਅੰਮ੍ਰਿਤਸਰ ਤੇ ਗੁਰਦਾਸਪੁਰ ਸੈਕਟਰ ਤੋਂ ਇਲਾਵਾ ਅਜਨਾਲਾ ਦੇ ਵਿੱਚ ਵੀ BSF ਅਧਿਕਾਰੀਆਂ ਦੇ ਨਾਲ BSF ਦੇ IG ਮਹੀਪਾਲ ਯਾਦਵ ਨੇ ਹੰਗਾਮੀ ਬੈਠਕ ਕੀਤੀ ਤੇ ਹਰ ਸਮੇਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਲਈ ਅਧਿਕਾਰੀਆਂ ਨੂੰ ਤਿਆਰ ਰਹਿਣ ਦੇ ਲਈ ਕਹਿ ਦਿੱਤਾ ਗਿਆ। ਇਹ ਭਾਰਤ ਚੀਨ ਦੇ ਵਿੱਚ ਜੋ ਤਣਾਅਪੂਰਨ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਵੀ ਸਖਤੀ ਕਰ ਦਿੱਤੀ ਗਈ ਹੈ। ਬੁਲੇਟਿਨ ਦੇ ਵਿੱਚ ਤੀਸਰੀ ਖਬਰ ਤੁਹਾਨੂੰ ਦੱਸਾਂਗੇ ਨੇਪਾਲ ਤੋਂ, ਜਿੱਥੇ ਹੁਣ ਚੀਨ ਤੋਂ ਬਾਅਦ ਨੇਪਾਲ ਨੇ ਵੀ ਸਿਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦੇ ਇਤਰਾਜ਼ਾਂ ਨੂੰ ਦਰਕਿਨਾਰ ਕਰਦੇ ਹੋਏ ਨੇਪਾਲ ਦੀ ਸੰਸਦ ਦੇ ਉੱਚ ਸਦਨ ਨੈਸ਼ਨਲ ਅਸੈਂਬਲੀ ਨੇ ਦੇਸ਼ ਦੇ ਵਿਵਾਦਿਤ ਰਾਜਨੀਤਿਕ ਨਕਸ਼ੇ ਦੇ ਵਿੱਚ ਸੰਵਿਧਾਨ ਸੋਧ ਬਿੱਲ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਯਾਨੀ ਕਿ ਜਿਹੜਾ ਨਵਾਂ ਨਕਸ਼ਾ ਹੈ ਉਸ ਨੂੰ ਨੇਪਾਲ ਨੇ ਪਾਸ ਕਰ ਦਿੱਤਾ ਹੈ। ਇਸ ਦੌਰਾਨ ਨੈਸ਼ਨਲ ਅਸੈਂਬਲੀ ਵਿੱਚ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਸੰਸਦੀ ਦਲ ਦੇ ਨੇਤਾ ਦੀਨਾਨਾਥ ਸ਼ਰਮਾ ਨੇ ਕਿਹਾ ਕਿ ਭਾਰਤ ਨੇ ਲਿਪੂਲੇਖ, ਕਾਲਾਪਨੀ ਤੇ ਲਿੰਪਿਆਧੁਰਾ ਤੇ ਨਜਾਇਜ਼ ਕਬਜ਼ਾ ਕਰ ਲਿਆ ਤੇ ਉਸ ਨੂੰ ਹੁਣ ਨੇਪਾਲੀ ਧਰਤੀ ਵਾਪਸ ਕਰਨੀ ਹੀ ਪਏਗੀ। ਨੇਪਾਲ ਦੇ ਨਵੇਂ ਨਕਸ਼ੇ ਦੇ ਹੱਕ ਦੇ ਵਿੱਚ ਕੌਮੀ ਅਸੈਂਬਲੀ ਦੇ ਵਿੱਚ 57 ਵੋਟਾਂ ਪਈਆਂ, ਕਿਸੇ ਨੇ ਵਿਰੋਧ ਵਿੱਚ ਵੋਟ ਨਹੀਂ ਦਿੱਤੀ। ਇਸ ਤਰ੍ਹਾਂ ਹੁਣ ਬਿੱਲ ਨੂੰ ਨੈਸ਼ਨਲ ਅਸੈਂਬਲੀ ਨੇ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਹੈ। ਕੋਰੋਨਾ ਵਾਇਰਸ ਅਪਡੇਟ ਤੋਂ ਪਹਿਲਾਂ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਕੈਨੇਡਾ ਤੋਂ, ਕੈਨੇਡਾ ਦੀ NDP ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਇੰਡੋ ਕੈਨੇਡੀਅਨ ਲੀਡਰ ਜਗਮੀਤ ਸਿੰਘ ਨੇ ਉਹਨਾਂ ਨੂੰ ਇੱਕ ਹੋਰ ਸੰਸਦ ਮੈਂਬਰ ਨੂੰ ਨਸਲਵਾਦੀ ਕਹੇ ਜਾਣ ਦੇ ਵਿਰੋਧ ਦੇ ਵਿੱਚ ਹਾਊਸ ਆਫ ਕਾਮਨਸ ਤੋਂ ਬਾਹਰ ਕੱਢ ਦਿੱਤਾ ਗਿਆ। ਇਹ ਬੁੱਧਵਾਰ ਦੀ ਘਟਨਾ ਹੈ। ਦਰਅਸਲ ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਜਗਮੀਤ ਸਿੰਘ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮਤਾ ਲਿਆਉਣ ਦੀ ਸਰਬਸੰਮਤੀ ਚਾਹੁੰਦੇ ਸੀ। ਉਹ ਮਤਾ ਸੀ ਕਿ RCMP ਵਿੱਚ ਨਸਲਵਾਦ ਦੇ ਮੁੱਦੇ ਨੂੰ ਹਾਊਸ ਮਾਨਤਾ ਦੇਵੇ। ਨਸਲਵਾਦ ਦਾ ਮੁੱਦਾ ਬਹੁਤ ਛਿੜਿਆ ਹੋਇਆ ਹੈ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ, ਤੇ ਇਸ ਮਤੇ ਨੂੰ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਇੱਕ ਕਿਊਬਿਕ MP ਥੈਰੇਨ ਨੇ। ਜਦੋਂ ਇਨਕਾਰ ਕੀਤਾ ਜਗਮੀਤ ਸਿੰਘ ਨੇ ਉਸ ਨੂੰ ਨਸਲਵਾਦੀ ਕਹਿ ਦਿੱਤਾ। ਫਿਰ ਹੰਗਾਮਾ ਹੋਇਆ। ਫਿਰ ਸਪੀਕਰ ਐਂਥਨੀ ਰੋਟਾ ਨੇ ਜਗਮੀਤ ਸਿੰਘ ਨੂੰ ਉਹਨਾਂ ਨੂੰ ਸਦਨ ਤੋਂ ਬਾਹਰ ਜਾਣ ਦੇ ਲਈ ਕਹਿ ਦਿੱਤਾ। ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਤਾਂ ਜਗਮੀਤ ਸਿੰਘ ਨੇ ਕਿਹਾ ਕਿ ਨਸਲਵਾਦ ਦੇ ਖਿਲਾਫ ਆਵਾਜ਼ ਬੁਲੰਦ ਕਰਨ ਤੋਂ ਉਹ ਪਿੱਛੇ ਨਹੀਂ ਹਟਣਗੇ। ਉਹਨਾਂ ਨੇ ਕਿਹਾ ਭਾਵੇਂ ਮੈਂ ਉਸ ਵਕਤ ਗੁੱਸੇ ਵਿੱਚ ਸੀ ਪਰ ਆਪਣੇ ਮੈਂ ਸਟੈਂਡ ਦੇ ਉੱਤੇ ਹਾਲੇ ਵੀ ਕਾਇਮ ਹਾਂ। ਨਸਲਵਾਦ ਦੇ ਮੁੱਦੇ ਨੂੰ ਹਾਊਸ ਨੂੰ ਮਾਨਤਾ ਦੇਣੀ ਚਾਹੀਦੀ ਹੈ। ਪੰਜਾਬ ਭਰ ਅਤੇ ਦੁਨੀਆ ਭਰ ਦੀ ਕੋਰੋਨਾ ਵਾਇਰਸ ਅਪਡੇਟ ਜਾਣ ਲਈਏ ਤਾਂ ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਹੈ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਦੇ ਜਲੰਧਰ ਦੇ ਵਿੱਚ 14ਵੀਂ ਮੌਤ ਹੋ ਗਈ ਤੇ ਸੰਗਰੂਰ ਦੇ ਵਿੱਚ 5ਵੀਂ ਮੌਤ ਹੋ ਗਈ। ਫਿਰੋਜ਼ਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰਪਾਲ ਸਿੰਘ ਸੰਧੂ ਨੂੰ ਕਰੋਨਾ ਹੋ ਚੁੱਕਿਆ ਹੈ। ਸੋ ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਹੜੇ ਪੋਜ਼ਿਟਿਵ ਮਾਮਲੇ ਨੇ ਉਹਨਾਂ ਦੀ ਗਿਣਤੀ ਹੁਣ 900 ਤੋਂ ਉੱਪਰ ਚੱਲੀ ਗਈ ਹੈ। ਜਿਹੜੇ ਐਕਟਿਵ ਮਾਮਲੇ ਨੇ, ਵੈਸੇ ਤਾਂ ਜਿਹੜੇ ਹੁਣ ਤੱਕ ਕੁੱਲ ਪੋਜ਼ਿਟਿਵ ਮਾਮਲੇ ਆਏ ਨੇ ਉਹਨਾਂ ਦੀ ਗਿਣਤੀ 4000 ਦੇ ਨੇੜੇ ਢੁੱਕਣ ਵਾਲੀ ਹੈ। ਠੀਕ ਹੋਣ ਵਾਲਿਆਂ ਦੀ ਗਿਣਤੀ 3000 ਦੇ ਨੇੜੇ ਢੁੱਕਣ ਵਾਲੀ ਹੈ। ਮੌਤਾਂ ਦੀ ਗਿਣਤੀ 80 ਦੇ ਨੇੜੇ ਢੁੱਕਣ ਵਾਲੀ ਹੈ। ਪੂਰੇ ਭਾਰਤ ਦੀ ਗੱਲ ਕਰ ਲਈਏ ਤਾਂ ਇੱਥੇ ਪਿਛਲੇ 24 ਘੰਟਿਆਂ ਦੇ ਵਿੱਚ 10,769 ਕੇਸ ਨਵੇਂ ਆਏ ਨੇ। ਕੁੱਲ ਕੇਸਾਂ ਦੀ ਗਿਣਤੀ ਭਾਰਤ ਵਿੱਚ 3,69,314 ਹੈਗੀ ਹੈ। ਠੀਕ ਹੋਣ ਵਾਲਿਆਂ ਦੀ ਗਿਣਤੀ 1,95,542 ਹੈ ਤੇ ਐਕਟਿਵ ਕੇਸ ਹੁਣ ਤੱਕ 1,61,468 ਨੇ। ਪੂਰੀ ਦੁਨੀਆ ਦੇ ਵਿੱਚ 83,20,288 ਕੁੱਲ ਕੇਸ ਨੇ, ਜਿਨ੍ਹਾਂ ਵਿੱਚੋਂ 40,35,605 ਠੀਕ ਹੋ ਚੁੱਕੇ ਨੇ। 38,37,055 ਹੁਣ ਐਕਟਿਵ ਕੇਸ ਰਹਿ ਗਏ ਨੇ। 4,47,628 ਮੌਤਾਂ ਹੋ ਚੁੱਕੀਆਂ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਸਭ ਤੋਂ ਸਵਾਲ ਮੰਗੇ ਨੇ। ਉਹ ਸ਼ਨੀਵਾਰ ਨੂੰ ਸ਼ਾਮ ਨੂੰ 7 ਵਜੇ ਲਾਈਵ ਹੋਣਗੇ ਤੇ ਸਵਾਲ ਤੁਸੀਂ ਉਹਨਾਂ ਨੂੰ ਭੇਜ ਸਕਦੇ ਹੋ।
ਇੱਕ ਸਭ ਤੋਂ ਵੱਡਾ ਸਵਾਲ ਆਇਲਸ ਸੈਂਟਰ ਕਦੋਂ ਖੁੱਲ੍ਹਣਗੇ, ਇਹ ਬਹੁਤ ਸਾਰੇ ਲੋਕਾਂ ਦੇ ਵੱਲੋਂ ਪੁੱਛਿਆ ਜਾਂਦਾ ਹੈ ਤੇ ਉਹਨਾਂ ਅਧਿਆਪਕਾਂ ਦੇ ਵੱਲੋਂ ਜਿਹੜੇ ਆਇਲਸ ਦੀ ਟ੍ਰੇਨਿੰਗ ਦਿੰਦੇ ਸੀ। ਸੋ ਆਇਲਸ ਸੈਂਟਰ ਨੇ ਜਿਹੜੇ ਉਹ ਹਾਲੇ ਤੱਕ ਨਹੀਂ ਖੁੱਲ੍ਹ ਸਕਦੇ, ਕਿਉਂਕਿ ਜਿੰਨੇ ਵੀ ਕੋਚਿੰਗ ਅਦਾਰੇ ਨੇ ਜਾਂ ਟਿਊਸ਼ਨ ਸੈਂਟਰ ਨੇ, ਵਿਦਿਅਕ ਅਦਾਰੇ ਨੇ, ਸਕੂਲ, ਕਾਲਜ, ਯੂਨੀਵਰਸਿਟੀਆਂ ਨੇ, ਉਹਨਾਂ ਦੇ ਖੁੱਲ੍ਹਣ 'ਤੇ ਰੋਕ ਲਾਈ ਹੋਈ ਹੈ ਪੰਜਾਬ ਸਰਕਾਰ ਨੇ ਵੀ ਤੇ ਕੇਂਦਰ ਸਰਕਾਰ ਨੇ ਵੀ। ਜੂਨ ਦਾ ਮਹੀਨਾ ਬਿਲਕੁਲ ਕਿਸੇ ਹਾਲਤ ਦੇ ਵਿੱਚ ਨਹੀਂ ਖੁੱਲ੍ਹ ਸਕਦੇ। ਜੁਲਾਈ ਦੇ ਵਿੱਚ ਖੁੱਲ੍ਹਣ ਦੀ ਆਸ ਹੈ, ਪਰ ਜੇ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਉੱਤੇ ਕੋਈ ਠੱਲ ਪੈ ਸਕੀ। ਕੇਂਦਰ ਸਰਕਾਰ ਨੇ ਪਿਛਲੇ ਨਿਰਦੇਸ਼ਾਂ ਦੇ ਵਿੱਚ ਕਿਹਾ ਸੀ ਕਿ ਜੁਲਾਈ ਦੇ ਵਿੱਚ ਹਰ ਸੂਬਾ ਆਪਣੇ ਪੱਧਰ ਤੇ ਇਸ ਬਾਰੇ ਫੈਸਲਾ ਲੈ ਸਕਦਾ ਹੈ। ਪਰ ਜੇ ਆਇਲਸ ਸੈਂਟਰ ਦੀ ਗੱਲ ਕਰ ਲਈਏ ਤਾਂ ਆਇਲਸ ਦੇ ਜਿਹੜੇ ਆਨਲਾਈਨ ਪੇਪਰ ਨੇ ਬ੍ਰਿਟਿਸ਼ ਕੌਂਸਲ ਦੇ ਵੱਲੋਂ ਜਾਂ ਫਿਰ ਹੋਰ ਜਿਹੜੇ ਵੀ ਅਦਾਰੇ ਲੈਂਦੇ ਨੇ ਉਹਨਾਂ ਦੇ ਵੱਲੋਂ ਹਾਲੇ ਆਇਲਸ ਪੇਪਰ ਜਿਹੜੇ ਲੈਣੇ ਨੇ ਉਹਨਾਂ ਦੇ ਵਾਸਤੇ ਹੀ ਰਜਿਸਟ੍ਰੇਸ਼ਨ ਹੈ ਜਿਹੜੀ ਉਹੀ ਨਹੀਂ ਸ਼ੁਰੂ ਕੀਤੀ ਗਈ। ਆਨਲਾਈਨ ਰਜਿਸਟ੍ਰੇਸ਼ਨ ਬੰਦ ਹੈਗੀ ਹੈ। ਸੋ ਵਿਦਿਆਰਥੀ ਵੀ ਉਦੋਂ ਆਇਲਸ ਸੈਂਟਰਾਂ ਦੇ ਵਿੱਚ ਜਾਣਗੇ ਜਦੋਂ ਆਇਲਸ ਦੇ ਪੇਪਰ ਨੇ ਜਿਹੜੇ ਉਹਨਾਂ ਦੇ ਭਰੇ ਜਾਣਗੇ, ਰਜਿਸਟ੍ਰੇਸ਼ਨ ਹੋਵੇਗੀ। ਸੋ ਇੱਕ ਜਾਣਕਾਰੀ ਦੇ ਦਈਏ, ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਦੇ ਜਿਹੜੇ ਸਰਪੰਚ ਨੇ ਉਹ ਕਰੋਨਾ ਵਾਇਰਸ ਤੋਂ ਬਚਣ ਦੇ ਲਈ ਸੋਸ਼ਲ ਡਿਸਟੈਂਸਿੰਗ ਦੀ ਅਪੀਲ ਕਰ ਰਹੇ ਨੇ। ਸਰਪੰਚ ਹਰਪਾਲ ਸਿੰਘ ਘਰ ਘਰ ਜਾਗਰੂਕ ਕਰਨ ਬਾਰੇ ਸ਼ਲਾਘਾ ਕਰ ਰਹੇ ਨੇ ਅਤੇ ਸੋਸ਼ਲ ਡਿਸਟੈਂਸਿੰਗ ਦੀ ਅਪੀਲ ਵੀ ਕਰ ਰਹੇ ਨੇ। ਹਰਪਾਲ ਸਿੰਘ ਖੁਦ ਵੀ ਕੋਵਿਡ-19 ਤੋਂ ਪ੍ਰਭਾਵਿਤ ਹੋ ਗਏ ਸੀ, ਇਹਦੇ ਮਰੀਜ਼ ਸੀ, ਉਹ ਹਸਪਤਾਲ ਦੇ ਵਿੱਚ ਦਾਖਲ ਰਹੇ ਨੇ ਪਰ ਤੰਦਰੁਸਤ ਹੋ ਕੇ ਘਰ ਪਹੁੰਚ ਗਏ ਸੀਗੇ। ਪੰਜਾਬ ਸਰਕਾਰ ਨੇ 17 ਜੂਨ ਨੂੰ ਮਿਸ਼ਨ ਫਤਿਹ ਤਹਿਤ ਸਰਪੰਚਾਂ ਵੱਲੋਂ ਘਰ ਘਰ ਜਾ ਕੇ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਸਰਪੰਚ ਘਰ ਘਰ ਜਾ ਕੇ ਜਾਗਰੂਕ ਕਰ ਰਹੇ ਨੇ ਲੋਕਾਂ ਨੂੰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਾਇਬ ਸੂਬੇਦਾਰ ਮਨਦੀਪ ਸਿੰਘ ਅਤੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਉਹਨਾਂ ਨੂੰ ਸਲਾਮੀ ਭੇਜੀ ਹੈ, ਕਿਉਂਕਿ ਅੱਜ ਪੰਜਾਬ ਦੇ ਵਿੱਚ ਉਹਨਾਂ ਦੇ ਜੱਦੀ ਪਿੰਡਾਂ ਦੇ ਵਿੱਚ ਦੋਵੇਂ ਸ਼ਹੀਦਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਭਾਰਤ ਸਰਕਾਰ ਨੂੰ ਕਿ ਬਹੁਤ ਹੋ ਗਿਆ ਹਿੰਦੀ ਚੀਨੀ ਭਾਈ, ਹੁਣ ਤੁਹਾਨੂੰ ਜਵਾਬ ਹੈ ਜਿਹੜਾ ਉਹ ਦੇਣਾ ਹੀ ਚਾਹੀਦਾ, ਚੀਨ ਨੂੰ ਖੁੱਲ੍ਹ ਕੇ ਜਵਾਬ ਦੇਣਾ ਚਾਹੀਦਾ ਹੈ। ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ ਕਿ ਸਾਡੇ ਜਵਾਨਾਂ ਨੇ ਆਖਿਰਕਾਰ ਫਾਇਰਿੰਗ ਕਿਉਂ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਜਵਾਨਾਂ ਨੂੰ ਹਥਿਆਰ ਚਲਾਉਣੇ ਸਿਖਾਏ ਗਏ ਨੇ, ਸੋਟੀਆਂ ਨਹੀਂ। ਸੋ ਸੋਟੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਤੀਆਂ, ਤੁਸੀਂ ਪਤਾ ਨਹੀਂ ਕਿਹੜੀ ਪੁਰਾਣੀ ਸੰਧੀ ਦੀ ਗੱਲ ਕਰੀ ਜਾਂਦੇ ਹੋ। ਸੋ ਜੇ ਸਾਡੇ ਜਵਾਨ, ਸਾਡੇ ਕਰਨਲ ਸਰਹੱਦ ਦੇ ਉੱਤੇ ਮਰ ਰਹੇ ਨੇ, ਤੁਸੀਂ ਕਹਿ ਰਹੇ ਹੋ ਕਿ ਸਾਡੇ ਵਿੱਚ ਸੰਧੀ ਹੋਈ ਹੈ, ਅਸੀਂ ਗੋਲੀਆਂ ਚਲਾ ਨਹੀਂ ਸਕਦੇ, ਫਿਰ ਕੀ ਫਾਇਦਾ ਹੋਇਆ ਹਥਿਆਰ ਸਿਖਾਉਣ ਦਾ। ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੇਹਾ ਭੇਜਿਆ ਹੈ ਨਰਿੰਦਰ ਮੋਦੀ ਦੀ ਸਰਕਾਰ ਨੂੰ। ਦਰਅਸਲ ਜੇ ਸਰਕਾਰ ਦੀ ਗੱਲ ਕਰ ਲਈਏ, ਭਾਰਤ ਸਰਕਾਰ ਦੀ, ਜਾਂ ਫਿਰ ਵਿਦੇਸ਼ ਮੰਤਰੀ ਹੋਣ ਜਾਂ ਫਿਰ ਪ੍ਰਧਾਨ ਮੰਤਰੀ ਹੋਣ, ਕੱਲ੍ਹ ਦੋਵਾਂ ਦੇ ਬਿਆਨ ਆਏ ਨੇ, ਕਿਸੇ ਨੇ ਵੀ ਚੀਨ ਦਾ ਨਾਮ ਤੱਕ ਨਹੀਂ ਲਿਆ। ਗੁਆਂਢੀ ਮੁਲਕ ਇਹ ਕਹੀ ਗਏ ਪ੍ਰਧਾਨ ਮੰਤਰੀ, ਪਰ ਚੀਨ ਦਾ ਨਾਮ ਜੇ ਕਿਸੇ ਦੇ ਮੂੰਹ ਚੋਂ ਨਿਕਲ ਗਿਆ ਹੋਵੇ, ਪਤਾ ਨਹੀਂ ਕਿਉਂ ਇੰਨਾ ਖੌਫ ਹੈ ਚੀਨ ਦਾ, ਕਿਉਂ ਇੰਨਾ ਡਰ ਹੈ। ਪਾਕਿਸਤਾਨ ਦੇ ਨਾਲ ਜੇ ਮਾੜੀ ਮੋਟੀ ਗੱਲ ਹੋ ਜੇ ਹੋਵੇ ਵੀ ਨਾ, ਤਾਂ ਵੀ ਭਾਰਤ ਸਰਕਾਰ ਹੈ ਜਿਹੜੀ ਉਹ ਪਾਕਿਸਤਾਨ ਦਾ ਨਾਮ ਖੂਬ ਲੈਂਦੀ ਹੈ, ਸ਼ਰੇਆਮ ਲੈਂਦੀ ਹੈ। ਪਰ ਚੀਨ ਨੇ ਤਾਂ ਸਾਡੇ 20 ਜਵਾਨ ਹੀ ਸ਼ਹੀਦ ਕਰ ਦਿੱਤੇ, ਫਿਰ ਵੀ ਚੀਨ ਦਾ ਨਾਮ ਕਿਉਂ ਨਹੀਂ ਲਿਆ ਜਾ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨਰਸ ਦੇ ਨਾਲ ਵੀ ਕੱਲ੍ਹ ਲਾਈਵ ਗੱਲਬਾਤ ਕੀਤੀ ਜਿਸ ਦਾ ਨਾਮ ਜਸਕਰਨ ਕੌਰ ਹੈ ਤੇ ਪੰਜਾਬ ਦੇ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਉਹ ਡਿਊਟੀ ਦਿੰਦੀ ਕੋਵਿਡ-19 ਤੋਂ ਪ੍ਰਭਾਵਿਤ ਹੋ ਗਈ ਹੈ, ਕੋਵਿਡ-19 ਦੀ ਪੋਜ਼ੀਟਿਵ ਪਾਈ ਗਈ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਕਰਨ ਕੌਰ ਦਾ ਹਾਲ ਚਾਲ ਪੁੱਛਿਆ ਤੇ ਨਾਲ ਹੀ ਕੱਲ੍ਹ ਜਿਵੇਂ ਆਪਾਂ ਖਬਰ ਦਿੱਤੀ ਸੀ ਕਿ ਜਸਕਰਨ ਕੌਰ ਦਾ ਜਿਹੜਾ ਪੇਪਰ ਹੈ ਪੱਕਿਆਂ ਹੋਣ ਦੇ ਲਈ, ਪੱਕੀ ਨਰਸ ਬਣਨ ਦੇ ਲਈ ਜਿਹੜਾ ਪੇਪਰ ਹੋਣ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ, ਉਹ ਹਸਪਤਾਲ ਦੇ ਵਿੱਚ ਹੀ ਲਿਆ ਜਾਏਗਾ। ਜਿਹੜੇ ਜਵਾਨ ਪੰਜਾਬ ਦੇ 4 ਸ਼ਹੀਦ ਹੋਏ ਨੇ ਉਹਨਾਂ ਦੇ ਬਾਰੇ ਬਹੁਤ ਚਰਚਾ ਵੀ ਹੋ ਰਹੀ ਹੈ ਕਿ 20 ਜਵਾਨਾਂ ਦੇ ਵਿੱਚੋਂ 4 ਜਵਾਨ ਪੰਜਾਬ ਦੇ ਸ਼ਹੀਦ, ਯਾਨੀ ਕਿ 20% ਸ਼ਹੀਦੀ ਹੈ ਜਿਹੜੀ ਉਹ ਪੰਜਾਬੀਆਂ ਨੇ ਪਾਈ ਹੈ ਤੇ ਉਹ ਵੀ ਸਿੱਖ ਨੇ। ਸਾਰੇ ਸਿੱਖ ਜਵਾਨ ਸ਼ਹੀਦ ਹੋਏ ਨੇ ਜਿਹੜੇ ਪੰਜਾਬ ਦੇ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾਂ ਦੇ ਰਹਿਣ ਵਾਲੇ ਸੀਗੇ ਫੌਜੀ ਗੁਰਤੇਜ ਸਿੰਘ, ਜਿਨ੍ਹਾਂ ਦੀ ਉਮਰ ਸਿਰਫ 21 ਸਾਲ ਸੀ। ਉਹਨਾਂ ਦੇ ਪਿਤਾ ਵਿਰਸਾ ਸਿੰਘ ਕਹਿੰਦੇ ਮੈਂ ਆਪਣੇ ਵੱਡੇ ਪੁੱਤਰ ਦਾ ਵਿਆਹ ਹਾਲੇ ਐਤਵਾਰ 15 ਜੂਨ ਨੂੰ ਹੀ ਕੀਤਾ ਸੀ। ਵਿਆਹ 'ਚ ਸ਼ਾਮਲ ਹੋਣ ਲਈ ਮੈਂ ਗੁਰਤੇਜ ਨੂੰ ਫੋਨ ਵੀ ਕੀਤਾ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਚਾਵਾਂ ਵਾਲੇ ਦਿਨ ਮੇਰੇ ਪੁੱਤਰ ਦੀ ਮੌਤ ਦਾ ਸੁਨੇਹਾ ਮੈਨੂੰ ਮਿਲੂਗਾ। ਇਹ ਵੀ ਕਿਹੋ ਜਿਹਾ ਸੰਜੋਗ ਹੈ ਕਿ ਜਿਹੜੀਆਂ ਕਨਾਤਾਂ ਥੱਲੇ ਵਿਆਹ ਦੇ ਸ਼ਗਨਾਂ ਦੇ ਗੀਤ ਗਾਏ ਗਏ ਤੇ ਅੱਜ ਉਹਨਾਂ ਕਨਾਤਾਂ ਥੱਲੇ ਗੁਰਤੇਜ ਦੀ ਮੌਤ ਦੇ ਵੈਣ ਪੈ ਗਏ। ਹਾਲੇ ਕਨਾਤਾਂ ਵੀ ਨਹੀਂ ਉਤਰੀਆਂ ਸੀ ਕਿਉਂਕਿ 15 ਨੂੰ ਵਿਆਹ ਹੋਇਆ ਭਰਾ ਦਾ ਤੇ 17 ਨੂੰ ਗੁਰਤੇਜ ਦੀ ਸ਼ਹੀਦੀ ਹੋ ਗਈ। ਕਹਿੰਦੇ ਵਿਆਹ ਦੇ ਚਾਅ ਹਾਲੇ ਮੁੱਕੇ ਵੀ ਨਹੀਂ ਸੀ, ਕੁਝ ਰਿਸ਼ਤੇਦਾਰ ਵੀ ਸਾਡੇ ਘਰ ਹੀ ਰੁਕੇ ਹੋਏ ਸੀ ਤੇ ਗੁਰਤੇਜ ਦੀ ਮੌਤ ਦਾ ਸੁਨੇਹਾ ਮਿਲ ਗਿਆ।
ਜਿਹੜਾ ਟੈਂਟ ਮੈਂ ਆਪਣੇ ਵਿਹੜੇ 'ਚ ਵਿਆਹ ਦੇ ਚਾਵਾਂ ਲਈ ਲਾਇਆ ਸੀ, ਉਸੇ ਹੇਠਾਂ ਲੋਕ ਮੇਰੇ ਪੁੱਤਰ ਦਾ ਸ਼ੋਕ ਮਨਾ ਰਹੇ ਨੇ। ਗੁਰਤੇਜ ਦੇ ਤਾਇਆ ਮੁਖਤਿਆਰ ਸਿੰਘ ਕਹਿੰਦੇ ਨੇ ਕਿ ਮੇਰਾ ਭਤੀਜਾ ਬਹੁਤ ਹੀ ਹੋਣਹਾਰ ਸੀ, ਸਾਰਾ ਪਿੰਡ ਉਸ ਦੇ ਸੁਭਾਅ ਦੀ ਤਾਰੀਫ ਕਰਦਾ ਸੀ ਤੇ ਅੱਜ ਸਾਰਾ ਪਿੰਡ ਮਾਤਮ ਮਨਾ ਰਿਹਾ ਹੈ। ਭਾਵੇਂ ਦੇਸ਼ ਲਈ ਦਿੱਤੀ ਗਈ ਕੁਰਬਾਨੀ ਨਾਲ ਸਾਡਾ ਸਿਰ ਮਾਣ ਨਾਲ ਉੱਚਾ ਹੋਇਆ, ਪਰ ਨੌਜਵਾਨ ਪੁੱਤਰ ਦੀ ਜਾਣ ਦਾ ਦੁੱਖ ਹਮੇਸ਼ਾ ਮਨ ਦੀ ਟੀਸ ਬਣਿਆ ਰਹੇਗਾ। ਗੁਰਤੇਜ ਸਿੰਘ ਨਾਲ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਨ ਵਾਲੇ ਖੁਸ਼ਪ੍ਰੀਤ ਸਿੰਘ ਉਹਦੇ ਦੋਸਤ ਕਹਿੰਦੇ ਨੇ ਕਿ ਉਹ ਆਪਣੇ ਮਿੱਤਰ ਨੂੰ ਉਦੋਂ ਮਿਲਿਆ ਸੀ ਜਦੋਂ ਰੰਗਰੂਟੀ ਤੋਂ ਬਾਅਦ ਉਹ ਇਕੱਠੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਏ ਸੀ। ਗੁਰਤੇਜ ਦੇ ਪਿਤਾ ਵਿਰਸਾ ਸਿੰਘ ਕਹਿੰਦੇ ਨੇ ਕਿ ਭਰਤੀ ਤੋਂ ਪਹਿਲਾਂ ਗੁਰਤੇਜ ਨੇ ਵਿਦੇਸ਼ ਜਾਣ ਦਾ ਮਨ ਬਣਾਇਆ ਸੀ, ਸਾਰੇ ਕਾਗਜ਼ ਪੱਤਰ ਵੀ ਪੂਰੇ ਕਰ ਲਏ ਸੀ ਤੇ ਇਹਨੂੰ ਹੋਣੀ ਦਾ ਕਰਮ ਹੀ ਕਿਹਾ ਜਾ ਸਕਦਾ ਹੈ। ਜਿੱਥੇ ਗੁਰਤੇਜ ਨੇ ਵਿਦੇਸ਼ ਜਾਣਾ ਸੀ, ਉਹਨਾਂ ਦਿਨਾਂ ਦੇ ਵਿੱਚ ਹੀ ਫੌਜ ਦੀ ਭਰਤੀ ਆ ਗਈ ਤੇ ਗੁਰਤੇਜ ਪਹਿਲੇ ਹੱਲੇ ਹੀ ਫੌਜ 'ਚ ਭਰਤੀ ਹੋ ਗਿਆ ਸੀ। ਹੁਣ ਤਾਂ ਸਾਰੀਆਂ ਸੱਦਰਾਂ ਤੇ ਚਾਅ ਮਰ ਗਏ ਨੇ, ਬਸ ਗੁਰਤੇਜ ਦੀ ਲਾਸ਼ ਦੀ ਉਡੀਕ ਹੈ ਕਿ ਕਦੋਂ ਮੈਂ ਸਰਹੱਦ ਤੇ ਸ਼ਹੀਦ ਹੋਏ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਾਂ। ਇਹ ਇੱਕ ਪਿਤਾ ਕਹਿ ਰਿਹਾ ਹੈ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਵੀ ਕਹਿੰਦੇ ਦੇਖੇ ਗਏ ਨੇ ਜਿਹੜੇ ਖੁਦ ਫੌਜੀ ਪਰਿਵਾਰਾਂ ਦੇ ਵਿੱਚੋਂ ਨੇ ਕਿ ਜ਼ਿਆਦਾਤਰ ਜਾਂ ਕਹਿ ਲਈਏ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਸਾਰੇ ਫੌਜੀ ਨੇ ਉਹ ਸਿਰਫ ਦੇਸ਼ ਭਗਤੀ ਕਰਕੇ ਹੀ ਫੌਜ 'ਚ ਭਰਤੀ ਨਹੀਂ ਹੁੰਦੇ, ਮਜਬੂਰੀਆਂ ਵੀ ਹੁੰਦੀਆਂ ਨੇ। ਪਰ ਜਿਹੜੀਆਂ ਸਰਕਾਰਾਂ ਦੀਆਂ ਘਟੀਆ ਸਿਆਸੀ ਚਾਲਾਂ ਹੁੰਦੀਆਂ ਨੇ ਉਹਨਾਂ ਦੀ ਭੇਂਟ ਚੜ੍ਹ ਕੇ ਪਤਾ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਅੱਜ ਤੱਕ ਕਿੰਨੇ ਫੌਜੀ ਨੇ ਜਿਹੜੇ ਉਹ ਗੋਲੀਆਂ ਖਾ ਕੇ ਸ਼ਹੀਦ ਹੋ ਚੁੱਕੇ ਨੇ ਤੇ ਇਹ ਸ਼ਹੀਦੀ ਤਾਂ ਬਹੁਤ ਹੀ ਦਰਦਨਾਕ ਸੀ। ਹੱਥਾਂ ਦੇ ਵਿੱਚ ਪਿਸਤੌਲਾਂ ਹੋਣ ਦੇ ਬਾਵਜੂਦ ਇਹਨਾਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਸੀ ਤੇ ਡਾਂਗਾਂ ਦੇ ਨਾਲ, ਲੋਹੇ ਦੀਆਂ ਰੋਡਾਂ ਦੇ ਨਾਲ ਇਹ ਸ਼ਹੀਦੀਆਂ ਪਾ ਗਏ ਨੇ। ਹੁਣ ਗੱਲ ਕਰ ਲੈਂਦੇ ਹਾਂ ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਦੀ, ਜਿਹਦੇ ਵਿੱਚ ਪੰਜਾਬ ਦੇ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅਦਾਲਤ ਨੇ ਮੁੜ ਰਾਹਤ ਦੇ ਦਿੱਤੀ ਹੈ। ਗ੍ਰਿਫਤਾਰੀ ਤੇ ਲਾਈ ਰੋਕ ਸੀ, ਉਹਨੂੰ ਬਰਕਰਾਰ ਰੱਖਿਆ ਗਿਆ। ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਪੁੱਤਰ ਤੇ ਸਿਡਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਮੇਧ ਸੈਣੀ ਮੁਲਜ਼ਮ ਨੇ ਜਿਹੜੇ, ਉਹਨਾਂ ਨੂੰ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਨੇ ਫਿਰ ਤੋਂ ਵੱਡੀ ਰਾਹਤ ਦੇ ਦਿੱਤੀ ਹੈ। ਪਹਿਲਾਂ ਜਿਹੜੀ ਜ਼ਮਾਨਤ ਦਿੱਤੀ ਸੀ ਅੰਤਰਿਮ, ਉਹ ਵੀ ਮੋਨਿਕਾ ਗੋਇਲ ਨੇ ਦਿੱਤੀ ਸੀ ਤੇ ਹੁਣ ਗ੍ਰਿਫਤਾਰੀ ਤੇ ਰੋਕ ਬਰਕਰਾਰ ਰੱਖਦਿਆਂ ਅਗਲੀ ਸੁਣਵਾਈ ਹੈ ਜਿਹੜੀ 25 ਜੂਨ ਤੇ ਪਾ ਦਿੱਤੀ ਹੈ। ਅੱਜ 18 ਜੂਨ ਹੈ। ਪੰਜਾਬ ਸਰਕਾਰ ਦੇ ਵੱਲੋਂ ਇਸ ਕੇਸ ਦੀ ਪੈਰਵੀ ਲਈ ਖਾਸ ਵਕੀਲ ਜਿਹੜੇ ਹਾਈਕੋਰਟ ਦੇ ਸਰਤੇਜ ਸਿੰਘ ਨਰੂਲਾ ਉਹਨਾਂ ਨੂੰ ਵੀ ਨਿਯੁਕਤ ਕੀਤਾ ਗਿਆ ਤੇ ਸਰਕਾਰੀ ਵਕੀਲ ਸੰਜੀਵ ਬੱਤਰਾ ਉਹ ਵੀ ਅਦਾਲਤ ਦੇ ਵਿੱਚ ਪੇਸ਼ ਹੋਏ ਸੀ। ਭਖਵੀਂ ਬਹਿਸ ਹੋਈ। ਵਕੀਲਾਂ ਨੇ ਕਾਫੀ ਸਵਾਲ ਚੁੱਕੇ ਸੀ ਕਿ ਕਿਉਂ ਰਾਹਤ ਦਿੱਤੀ ਜਾ ਰਹੀ ਹੈ, ਗ੍ਰਿਫਤਾਰੀ ਕਿਉਂ ਨਹੀਂ ਕੀਤੀ ਜਾ ਰਹੀ। ਸੁਣਵਾਈ ਮੌਕੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਤੇ ਜਾਂਚ ਅਧਿਕਾਰੀ ਐਸਐਚਓ ਰਾਜੀਵ ਕੁਮਾਰ ਵੀ ਸ਼ਾਮਲ ਸੀਗੇ। ਸਰਕਾਰੀ ਵਕੀਲਾਂ ਨੇ ਕਿਹਾ ਕਿ ਹਾਲੇ ਤਾਂ ਸਾਬਕਾ ਡੀਜੀਪੀ ਸੈਣੀ ਦੇ ਖਿਲਾਫ ਪੁਲਿਸ ਵੱਲੋਂ ਧਾਰਾ 302 ਦੇ ਜੁਰਮ ਦਾ ਵਧਾ ਹੀ ਨਹੀਂ ਕੀਤਾ ਗਿਆ, ਫਿਰ ਪਹਿਲਾਂ ਹੀ ਸਾਬਕਾ ਪੁਲਿਸ ਅਧਿਕਾਰੀ ਦੀ ਸਟੇ ਬਰਕਰਾਰ ਰੱਖਣ ਦੀ ਕੋਈ ਤੁਕ ਹੈ ਜਿਹੜੀ ਉਹ ਨਹੀਂ ਬਣਦੀ। ਇਸ ਕੇਸ ਦੇ ਵਿੱਚ ਇਹ ਵੀ ਦੱਸ ਦਈਏ ਕਿ ਜਿਹੜਾ ਪੀੜਤ ਪਰਿਵਾਰ ਹੈ ਉਸਨੇ ਕੇਸ ਨੂੰ ਹੋਰ ਕਿਤੇ ਤਬਦੀਲ ਕਰਨ ਦੀ ਮੰਗ ਵੀ ਕੀਤੀ ਹੈ ਕਿਉਂਕਿ ਉਹਨਾਂ ਨੂੰ ਮੁਹਾਲੀ ਦੀ ਇਸ ਅਦਾਲਤ ਦੀ ਜੱਜ ਦੇ ਉੱਤੇ ਕੋਈ ਖਾਸ ਯਕੀਨ ਨਹੀਂ ਲੱਗਦਾ। ਨਿਆਂ ਦੇ ਉੱਤੇ ਕਹਿ ਸਕਦੇ ਹਾਂ ਕਿ ਕੋਈ ਭਰੋਸਾ ਨਹੀਂ ਰਿਹਾ। ਕੇਸ ਦੀ ਸੁਣਵਾਈ ਹੁਣ 23 ਜੂਨ ਨੂੰ ਹੋਵੇਗੀ। ਅਗਲੀ ਖਬਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਹੈ, ਜਿੱਥੇ ਨੇੜਲੇ ਪਿੰਡ ਸਿਆਊ ਦੇ ਨੌਜਵਾਨ ਜਗਦੀਪ ਸਿੰਘ 22 ਸਾਲ ਦੇ ਸੀ, ਉਹਨੂੰ ਕਥਿਤ ਤੌਰ ਤੇ ਨਸ਼ੇ ਵਿੱਚ ਟੱਲੀ ਉਸਦੇ ਦੋਸਤ ਨੇ ਹੀ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਤੇ ਤੁਰੰਤ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਹਨੇ ਗੋਲੀਆਂ ਮਾਰੀਆਂ ਨੇ ਉਹ ਕਾਂਗਰਸੀ ਆਗੂ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਕਾਂਗਰਸੀ ਆਗੂ ਤੇ ਬਲਾਕ ਸਮਿਤੀ ਦੇ ਮੈਂਬਰ ਗੁਰਦੀਪ ਸਿੰਘ ਦਾ ਪੁੱਤਰ ਦਵਿੰਦਰ ਸਿੰਘ ਉਰਫ ਦਮਨੀ, ਇਹਦੇ ਖਿਲਾਫ ਧਾਰਾ 307 ਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਸੋਹਾਣਾ ਪੁਲਿਸ ਨੇ। ਅਗਲੀ ਖਬਰ ਮੋਗਾ ਤੋਂ ਹੈ, ਜਿੱਥੇ ਝੋਨੇ ਦੀ ਲਵਾਈ ਦਾ ਭਾਅ ਤੈਅ ਕਰਨ ਸਮੇਂ ਪਾਸ ਕੀਤੇ ਮਤਿਆਂ ਦੇ ਵਿੱਚ ਕੁਝ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਤੋਂ ਪੰਜਾਬੀ ਖੇਤੀ ਮਜ਼ਦੂਰ ਭੜਕ ਗਏ ਮੋਗਾ ਦੇ ਪਿੰਡ ਤਾਰੇਵਾਲਾ ਦੇ ਵਿੱਚ। ਪਰ ਸੂਬੇ ਦੇ ਜਿਹੜੇ ਖੇਤੀਬਾੜੀ ਸਕੱਤਰ ਨੇ ਡਾਕਟਰ ਕਾਨ ਸਿੰਘ ਪੰਨੂ, ਉਹਨਾਂ ਨੇ ਇਹ ਝਗੜਾ ਜਿਹੜਾ ਕਿਸਾਨ ਮਜ਼ਦੂਰਾਂ ਦਾ ਉਹ ਟੁੱਟਣ ਤੋਂ ਬਚਾ ਲਿਆ ਤੇ ਖੇਤੀਬਾੜੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਦਰਅਸਲ ਕਿ ਕਿਤੇ ਵੀ ਸਥਾਨਕ ਤੌਰ ਤੇ ਇਹੋ ਜਿਹਾ ਕੋਈ ਤਣਾਅ ਹੋਵੇ ਕਿਸਾਨਾਂ ਮਜ਼ਦੂਰਾਂ ਦਾ ਤਾਂ ਉਹਨੂੰ ਜ਼ਰੂਰ ਸੁਲਝਾਇਆ ਜਾਵੇ। ਮੌਕੇ ਤੇ ਦੋਵੇਂ ਧਿਰਾਂ ਦੀ ਗੱਲਬਾਤ ਸੁਣ ਕੇ ਮਸਲੇ ਨੂੰ ਸੁਲਝਾਉਣ ਲਈ ਦੋਵਾਂ ਪਾਸਿਆਂ ਤੋਂ ਬਜ਼ੁਰਗਾਂ ਦੀ ਮਦਦ ਲਈ ਜਾਵੇ। ਇਹ ਜਿਹੜਾ ਹੈ ਕਾਨ ਸਿੰਘ ਪੰਨੂ ਨੇ ਆਦੇਸ਼ ਦਿੱਤਾ ਹੋਇਆ। ਸੋ ਪੰਜਾਬੀ ਮਜ਼ਦੂਰ ਰਾਜੂ ਸਿੰਘ ਤੇ ਹੋਰਾਂ ਨੇ ਮੌਕੇ ਤੇ ਕਿਹਾ ਕਿ ਮਤੇ ਪਾਸ ਕਰਕੇ ਮੰਗ ਤੇ ਪੂਰਤੀ ਦੇ ਹਿਸਾਬ ਨਾਲ ਝੋਨੇ ਦੀ ਲਵਾਈ ਦਾ ਮੁੱਲ ਘੱਟ ਦੇਣਾ ਇੱਕ ਤਰੀਕੇ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਹੈ। ਪਰ ਕਿਸਾਨ ਬਿੰਦਰ ਸਿੰਘ ਕਹਿੰਦੇ ਨੇ ਕਿ ਉਹਨਾਂ ਦਾ ਹਾਲ ਤਾਂ ਮਜ਼ਦੂਰਾਂ ਨਾਲੋਂ ਵੀ ਮਾੜਾ ਹੈ। ਪਰ ਉੱਥੇ ਜਿਹੜਾ ਇਹ ਮਸਲਾ ਹੱਲ ਹੋ ਗਿਆ ਹੈਗਾ। ਕਾਨ ਸਿੰਘ ਪੰਨੂ ਇੱਕ ਚੰਗੇ ਆਫੀਸਰ ਵਜੋਂ ਜਾਣੇ ਜਾਂਦੇ ਨੇ ਪੰਜਾਬ ਦੇ ਵਿੱਚ। ਅਗਲੀ ਖਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਤੇ 10ਵੀਂ ਦੀਆਂ ਪ੍ਰੀਖਿਆਵਾਂ ਦੇ ਨਾਲ ਜੁੜੀ ਹੋਈ ਹੈ।
ਕੋਵਿਡ-19 ਕਰਕੇ ਸਾਰੇ ਵਿਦਿਅਕ ਅਦਾਰਿਆਂ ਨੇ ਦਰਅਸਲ ਇਮਤਿਹਾਨਾਂ ਨੂੰ ਟਾਲ ਦਿੱਤਾ ਸੀ, ਪਰ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਤੇ 10ਵੀਂ ਦੀ ਸਿਰਫ ਓਪਨ ਸਕੂਲਾਂ ਦੀ ਨਵੇਂ ਸਿਰਿਓਂ ਸਾਲਾਨਾ ਪ੍ਰੀਖਿਆ ਲੈਣ ਲਈ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਨੇ ਤੇ ਜੁਲਾਈ ਦੇ ਵਿੱਚ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਜਿਹੜੀ ਹੋ ਸਕਦੀ ਹੈ। ਬੋਰਡ ਨੇ ਡੇਟ ਸ਼ੀਟ ਤੇ ਪ੍ਰੀਖਿਆਵਾਂ ਦਾ ਸ਼ਡਿਊਲ ਵੀ ਲਗਭਗ ਤਿਆਰ ਕਰ ਲਿਆ ਹੈਗਾ। ਸਿੱਖਿਆ ਮੰਤਰੀ ਨੇ ਡੇਟ ਸ਼ੀਟ ਤੇ ਪ੍ਰੀਖਿਆ ਸ਼ਡਿਊਲ ਦੇਖਣ ਦੀ ਫਾਈਲ ਮੰਗਵਾ ਲਈ ਹੈਗੀ ਹੈ ਤੇ ਸਿੱਖਿਆ ਵਿਭਾਗ ਦੇ ਸਕੱਤਰ ਤੇ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਬੋਰਡ ਅਧਿਕਾਰੀਆਂ ਨੂੰ CBSE ਵੱਲੋਂ ਕਰਵਾਈ ਜਾਣ ਵਾਲੀ 12ਵੀਂ ਦੀ ਪ੍ਰੀਖਿਆ ਸੰਬੰਧੀ ਗਤੀਵਿਧੀਆਂ ਤੇ ਨਜ਼ਰ ਰੱਖਣ ਦੇ ਲਈ ਕਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੀ ਇੱਕ ਹੋਰ ਖਬਰ ਹੈ ਕਿ ਐਸੋਸੀਏਟਡ ਸਕੂਲਾਂ ਦੇ ਲਈ ਅਕਾਦਮਿਕ ਸਾਲ 2020-21 ਲਈ ਕੰਟੀਨਿਊਸ਼ਨ ਫੀਸ ਜਮ੍ਹਾਂ ਕਰਵਾਉਣ ਦੀਆਂ ਮਿਤੀਆਂ ਨੇ ਜਿਹੜੀਆਂ ਉਹ 31 ਜੁਲਾਈ ਤੱਕ ਵਧਾ ਦਿੱਤੀਆਂ ਗਈਆਂ ਨੇ। ਪਹਿਲਾਂ ਕੰਟੀਨਿਊਸ਼ਨ ਫੀਸ ਜਮ੍ਹਾਂ ਕਰਵਾਉਣ ਦੀ ਤਰੀਕ 30 ਜੂਨ ਸੀ, ਜਿਸ ਨੂੰ ਵਧਾ ਕੇ ਹੁਣ 31 ਜੁਲਾਈ ਕਰ ਦਿੱਤਾ ਗਿਆ। ਚੰਡੀਗੜ੍ਹ ਤੋਂ ਅਗਲੀ ਖਬਰ ਹੈ, ਜਿੱਥੇ ਥਾਣਾ IT ਪਾਰਕ ਅਧੀਨ ਪਿੰਡ ਕਿਸ਼ਨਗੜ੍ਹ ਦੇ ਵਿੱਚ ਯੂਨੀਅਨ ਬੈਂਕ ਦੇ ATM ਚੋਂ 7,60,000 ਰੁਪਏ ਲੁੱਟ ਲਏ ਲੁਟੇਰਿਆਂ ਨੇ। ਪੁਲਿਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਵਾਰਦਾਤ ਦੇਰ ਰਾਤ ਵਾਪਰੀ ਹੈ, ਪਰ ਸਵੇਰੇ ਪਤਾ ਲੱਗਿਆ ਜਦੋਂ ਮਸ਼ੀਨ ਵਿੱਚ ਪੈਸੇ ਹੋਣ ਦੇ ਬਾਵਜੂਦ ਵੀ ਪੈਸੇ ਨਹੀਂ ਨਿਕਲੇ। ਸੋ ਇਸੇ ਤਰ੍ਹਾਂ ਦੀ ਘਟਨਾ ਕੱਲ ਹੈ ਜਿਹੜੀ ਮੋਹਾਲੀ ਦੇ ਵਿੱਚ ਵਾਪਰੀ ਸੀਗੀ ਦਿਨ ਦਿਹਾੜੇ। ਇਹ ਰਾਤ ਨੂੰ ਵਾਪਰੀ ਹੈ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਵਿੱਚ। ਮੋਹਾਲੀ ਦੇ ਵਿੱਚ ਤਾਂ ਦਿਨ ਦਿਹਾੜੇ ਵਾਪਰੀ ਸੀ ਬੈਂਕ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ। ਸੋ ਲੁੱਟਾਂ ਖੋਹਾਂ ਦੇ ਮਸਲੇ ਨੇ ਜਿਹੜੇ ਉਹ ਵੱਧਦੇ ਜਾ ਰਹੇ ਨੇ, ਸਾਰੇ ਧਿਆਨ ਜ਼ਰੂਰ ਰੱਖਣ। ਪੂਰੇ ਭਾਰਤ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਜੁੜੀ ਹੋਈ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ 125 ਦਿਨਾਂ ਦੇ ਲਈ 116 ਜ਼ਿਲ੍ਹਿਆਂ ਦੇ ਵਿੱਚ ਰੁਜ਼ਗਾਰ ਦਿੱਤਾ ਜਾਵੇਗਾ। ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਭਾਰਤ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੇ ਤਹਿਤ 25 ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਨੇ। ਲਾਕਡਾਊਨ ਤੋਂ ਬਾਅਦ ਦੇਸ਼ ਭਰ ਤੋਂ ਮਜ਼ਦੂਰ ਆਪਣੇ ਪਿੰਡਾਂ ਨੂੰ ਜਾਣਾ ਚਾਹੁੰਦੇ ਸੀ। ਕੇਂਦਰ ਤੇ ਸੂਬਾ ਸਰਕਾਰਾਂ ਨੇ ਉਹਨਾਂ ਲਈ ਪ੍ਰਬੰਧ ਕੀਤੇ ਤੇ ਅਸੀਂ ਉਹ ਜ਼ਿਲ੍ਹੇ ਸੂਚੀਬੱਧ ਕੀਤੇ ਨੇ ਜਿੱਥੇ ਵੱਧ ਕਾਮੇ ਪਰਤੇ ਨੇ ਤੇ 125 ਦਿਨਾਂ ਲਈ 6 ਸੂਬਿਆਂ ਦੇ 116 ਜ਼ਿਲ੍ਹਿਆਂ ਵਿੱਚ ਜਿੱਥੇ ਪ੍ਰਵਾਸੀ ਮਜ਼ਦੂਰ ਆਏ ਨੇ ਉੱਥੇ ਇਹਨਾਂ ਨੂੰ 25 ਯੋਜਨਾਵਾਂ ਦੇ ਤਹਿਤ ਕੰਮ ਦਿੱਤਾ ਜਾਏਗਾ। 32 ਜ਼ਿਲ੍ਹੇ ਬਿਹਾਰ ਤੇ UP ਦੇ ਵਿੱਚ 31 ਜ਼ਿਲ੍ਹੇ ਨੇ। ਜਿਹੜੇ ਜ਼ਿਲ੍ਹਿਆਂ ਦੇ ਵਿੱਚ 25,000 ਤੋਂ ਵੱਧ ਕਾਮੇ ਪਹੁੰਚੇ ਨੇ ਇਹ ਰੁਜ਼ਗਾਰ ਉੱਥੇ ਹੀ ਦਿੱਤਾ ਜਾਵੇਗਾ ਤੇ ਘੱਟੋ ਘੱਟ ਅਗਲੇ 4 ਮਹੀਨੇ ਯਾਨੀ ਕਿ 125 ਦਿਨਾਂ ਦੇ ਲਈ ਸਰਕਾਰ ਉਹਨਾਂ ਨੂੰ ਕੰਮ ਦੇਵੇਗੀ। ਪਰ ਵਿੱਤ ਮੰਤਰੀ ਨੇ ਵੀ ਦੱਸਿਆ ਕਿ ਪਹਿਲਾਂ ਅਸੀਂ ਦੇਖਾਂਗੇ ਕਿ ਇਹ ਕੰਮ ਜਾਰੀ ਕਰਨਾ ਚਾਹੁੰਦੇ ਨੇ ਜਾਂ ਫਿਰ ਵਾਪਸ ਜਾਣਾ ਚਾਹੁੰਦੇ ਨੇ ਪ੍ਰਵਾਸੀ ਸੂਬਿਆਂ ਦੇ ਵਿੱਚ, ਉਸ ਤੋਂ ਬਾਅਦ ਹੀ ਅਸੀਂ ਇਹਨਾਂ ਨੂੰ ਰੁਜ਼ਗਾਰ ਦੇਵਾਂਗੇ। ਕੇਂਦਰੀ ਸਿਹਤ ਮੰਤਰਾਲੇ ਨੇ 2 ਗਜ਼ ਦੀ ਦੂਰੀ ਰੱਖਣ ਵਾਸਤੇ ਅਪੀਲ ਜਾਰੀ ਕੀਤੀ ਹੈ। ਜਿਵੇਂ ਲਾਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਲਗਾਤਾਰ 2 ਗਜ਼ ਦੀ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਅੱਜ ਦਿੱਲੀ ਦੇ ਵਿੱਚ ਕੋਵਿਡ-19 ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ NCR ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਬੈਠਕ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਸੀਗੇ। ਤੇ ਇਹ ਵੀ ਦੱਸ ਦਈਏ ਕਿ ਦਿੱਲੀ ਦੇ ਵਿੱਚ ਕਰੋਨਾ ਟੈਸਟ ਹੁਣ 2400 ਰੁਪਏ ਦਾ ਹੋਏਗਾ। ਦਿੱਲੀ ਸਰਕਾਰ ਨੇ ਅੱਜ 2 ਵੱਡੇ ਫੈਸਲੇ ਲਏ ਨੇ। ਸਭ ਤੋਂ ਪਹਿਲਾ ਫੈਸਲਾ ਇਹੀ ਹੈ ਕਿ ਕਰੋਨਾ ਟੈਸਟ ਦੀ ਫੀਸ 2400 ਰੁਪਏ ਤੈਅ ਕਰ ਦਿੱਤੀ ਹੈ 4500 ਰੁਪਏ ਤੋਂ ਘਟਾ ਕੇ। ਇਹ ਇੱਕ ਵੱਡੀ ਖਬਰ ਹੈ ਤੇ ਚੰਗੀ ਖਬਰ ਹੈ। ਪੰਜਾਬ ਦੇ ਵਿੱਚ ਵੀ ਇਸ ਦੀ ਮੰਗ ਕੀਤੀ ਜਾਂਦੀ ਹੈ ਕਿ ਕਰੋਨਾ ਟੈਸਟ ਦੀ ਕੀਮਤ ਹੈ ਜਿਹੜੀ ਉਹ ਘਟਾਈ ਜਾਵੇ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਦਿੱਲੀ ਦੇ ਵਿੱਚ 15 ਮਿੰਟ ਦੇ ਵਿੱਚ ਕਰੋਨਾ ਟੈਸਟ ਦੇ ਨਤੀਜੇ ਆਉਣਗੇ। ਇਹ ਜਾਣਕਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਹੈ ਕਿ ਦਿੱਲੀ ਵਿੱਚ ਅਸੀਂ ਰੈਪਿਡ ਐਂਟੀਜਨ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਨਤੀਜੇ 15 ਮਿੰਟ ਵਿੱਚ ਆ ਜਾਂਦੇ ਨੇ। ਦਿੱਲੀ ਦੇ ਵਿੱਚ ਰੇਲਵੇ ਨੇ ਕਾਨਪੁਰ ਅਤੇ ਮੁਗਲ ਸਰਾਏ ਦਰਮਿਆਨ 417 ਕਿਲੋਮੀਟਰ ਸਿਗਨਲ ਤੇ ਟੈਲੀਕਾਮ ਕੰਮ ਦੇ ਵਿੱਚ ਸੁਸਤ ਕਰਨ ਕਾਰਨ ਚੀਨੀ ਕੰਪਨੀ ਦਾ ਠੇਕਾ ਰੱਦ ਕਰ ਦਿੱਤਾ ਹੈ। ਯਾਨੀ ਕਿ ਟੈਲੀਕਾਮ ਕੰਪਨੀ ਦਾ ਕੋਈ ਠੇਕਾ ਚੀਨ ਦੀ ਕਿਸੇ ਕੰਪਨੀ ਨੂੰ ਦਿੱਤਾ ਸੀਗਾ, ਪਰ ਉਹ ਕੰਮ ਦੇ ਵਿੱਚ ਸੁਸਤੀ ਹੋਣ ਕਰਕੇ ਰੇਲਵੇ ਨੇ ਠੇਕਾ ਰੱਦ ਕਰ ਦਿੱਤਾ ਹੈ। 2016 ਵਿੱਚ ਰੇਲਵੇ ਨੇ ਪੇਈਚਿੰਗ ਨੈਸ਼ਨਲ ਰੇਲਵੇ ਰਿਸਰਚ ਐਂਡ ਡਿਜ਼ਾਈਨ ਇੰਸਟੀਚਿਊਟ ਆਫ ਚਾਈਨਾ ਨੂੰ ਈਸਟਰਨ ਡੈਡੀਕੇਟਡ ਫਰੇਟ ਕੋਰੀਡੋਰ, ਜੋ ਕਿ ਮਾਲ ਦੀਆਂ ਰੇਲ ਗੱਡੀਆਂ ਦੀ ਆਵਾਜਾਈ ਵਾਸਤੇ ਹੈ, ਉਹਦਾ ਠੇਕਾ ਦਿੱਤਾ ਸੀ। ਇਹ ਠੇਕਾ 471 ਕਰੋੜ ਰੁਪਏ ਦਾ ਸੀ। ਚੀਨੀ ਕੰਪਨੀ ਨੂੰ ਇਹ ਕੰਮ 2019 ਦੇ ਵਿੱਚ ਪੂਰਾ ਕਰਨ ਦਾ ਠੇਕਾ ਦਿੱਤਾ ਗਿਆ ਸੀ, ਪਰ ਹੁਣ ਤੱਕ ਉਸਨੇ ਸਿਰਫ 20% ਕੰਮ ਹੀ ਕੀਤਾ ਤੇ ਰੇਲਵੇ ਨੇ ਇਹ ਠੇਕਾ ਰੱਦ ਕਰ ਦਿੱਤਾ ਹੈ। ਕਿਤੇ ਨਾ ਕਿਤੇ ਜੋ ਚੀਨ ਤੇ ਭਾਰਤ ਦੇ ਵਿੱਚ ਤਣਾਅ ਬਣਿਆ ਹੋਇਆ, ਸਰਹੱਦ ਤੇ 20 ਜਵਾਨਾਂ ਦੀ ਸ਼ਹੀਦੀ ਹੋਈ ਹੈ, ਉਹ ਵੀ ਕਾਰਨ ਰਿਹਾ ਹੋ ਸਕਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਦੇ ਵਿੱਚ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਬਾਂਦਰਾ ਥਾਣੇ ਦੇ ਵਿੱਚ ਪਹੁੰਚੀ। ਰੀਆ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਦੀ ਬਹੁਤ ਹੀ ਚੰਗੀ ਤੇ ਕਰੀਬੀ ਦੋਸਤ ਸੀ ਤੇ ਇਹ ਵੀ ਕਿਹਾ ਜਾਂਦਾ ਸੀ ਕਿ ਇਹਨਾਂ ਦੋਵਾਂ ਦਾ ਵਿਆਹ ਵੀ ਹੋਣ ਵਾਲਾ ਸੀ। ਰੀਆ ਚੱਕਰਵਰਤੀ ਨੂੰ ਮਾਮਲੇ ਦੀ ਜਾਂਚ ਅਧਿਕਾਰੀ ਨੇ ਥਾਣੇ ਵਿੱਚ ਬੁਲਾਇਆ ਸੀ। ਪੁਲਿਸ ਨੇ ਬੁੱਧਵਾਰ ਨੂੰ ਬਾਲੀਵੁੱਡ ਦੇ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਦਾ ਬਿਆਨ ਵੀ ਦਰਜ ਕੀਤਾ ਸੀ, ਜੋ ਸੁਸ਼ਾਂਤ ਸਿੰਘ ਦੇ ਕਰੀਬੀ ਸਨ।
ਪੁਲਿਸ ਦਰਅਸਲ ਰਾਜਪੂਤ ਦੇ ਉਦਾਸੀਨ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਉਂ ਡਿਪਰੈਸ਼ਨ ਦੇ ਵਿੱਚ ਸੀ ਸੁਸ਼ਾਂਤ। ਹੁਣ ਤੱਕ ਪੁਲਿਸ ਨੇ ਰਾਜਪੂਤ ਦੇ ਪਰਿਵਾਰਕ ਮੈਂਬਰਾਂ ਸਮੇਤ 10 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 41 ਕੋਲਾ ਖਾਣਾਂ ਦੀ ਵਪਾਰਿਕ ਮਾਈਨਿੰਗ ਲਈ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਸਰਕਾਰ ਦੇ ਇਸ ਕਦਮ ਨਾਲ ਦੇਸ਼ ਦਾ ਕੋਲਾ ਖੇਤਰ ਨਿੱਜੀ ਕੰਪਨੀਆਂ ਦੇ ਲਈ ਹੁਣ ਖੁੱਲ੍ਹ ਗਿਆ। ਨਰਿੰਦਰ ਮੋਦੀ ਨੇ ਇਸ ਕਦਮ ਨੂੰ ਸਵੈ ਨਿਰਭਰ ਭਾਰਤ ਬਣਨ ਵੱਲ ਇੱਕ ਵੱਡਾ ਕਦਮ ਦੱਸਿਆ। ਕਿਹਾ ਕਿ ਇਹ ਮਹਾਮਾਰੀ ਭਾਰਤ ਨੂੰ ਆਤਮ ਨਿਰਭਰ ਬਣਾ ਕੇ ਜਾਏਗੀ। ਕੋਲਾ ਖਾਣਾਂ ਦੀ ਇਸ ਨਿਲਾਮੀ ਤੋਂ ਸਰਕਾਰ ਨੂੰ ਅਗਲੇ 5 ਸਾਲ ਵਿੱਚ 33,000 ਕਰੋੜ ਰੁਪਏ ਦੇ ਨਿਵੇਸ਼ ਦੀ ਆਸ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਦਰਅਸਲ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਸਰਕਾਰ ਤੋਂ ਸਵਾਲ ਪੁੱਛਿਆ ਸੀ ਕਿ ਭਾਰਤੀ ਸੈਨਾ ਨੂੰ ਬਿਨਾਂ ਹਥਿਆਰਾਂ ਦੇ ਚੀਨੀ ਸੈਨਿਕਾਂ ਦੇ ਕੋਲ ਕਿਹਨੇ ਭੇਜਿਆ ਸੀ, ਜਿਹੜੀ ਭਾਰਤ ਚੀਨ ਦੇ ਵਿੱਚ ਤਾਜ਼ਾ ਝੜਪ ਹੋਈ ਹੈ। ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੇ ਸਵਾਲ ਪੁੱਛਿਆ ਸੀ ਤਾਂ ਵਿਦੇਸ਼ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਸਰਹੱਦ ਦੇ ਉੱਤੇ ਤੈਨਾਤ ਸਾਰੇ ਜਵਾਨ ਹਥਿਆਰ ਲੈ ਕੇ ਚੱਲਦੇ ਨੇ। ਖਾਸ ਕਰਕੇ ਪੋਸਟ ਛੱਡਦੇ ਸਮੇਂ ਵੀ ਉਹਨਾਂ ਦੇ ਕੋਲ ਹਥਿਆਰ ਹੁੰਦੇ ਨੇ। 15 ਜੂਨ ਨੂੰ ਕਲਵਾਨ ਵਿੱਚ ਤੈਨਾਤ ਜਵਾਨਾਂ ਦੇ ਕੋਲ ਵੀ ਹਥਿਆਰ ਸੀ, ਪਰ 1996 ਤੇ 2005 ਦੇ ਭਾਰਤ-ਚੀਨ ਸੰਧੀ ਦੇ ਕਾਰਨ ਲੰਬੇ ਸਮੇਂ ਤੋਂ ਇਹ ਪ੍ਰੈਕਟਿਸ ਚੱਲੀ ਆ ਰਹੀ ਹੈ ਕਿ ਫੈਂਸ ਆਫ ਦੇ ਦੌਰਾਨ ਜਵਾਨ ਫਾਇਰ ਆਰਮ ਯਾਨੀ ਕਿ ਬੰਦੂਕ ਦਾ ਇਸਤੇਮਾਲ ਨਹੀਂ ਕਰ ਸਕਦਾ। 15-16 ਜੂਨ ਦੀ ਰਾਤ ਗਲਵਾਨ ਘਾਟੀ ਵਿੱਚ LAC ਤੇ ਤੈਨਾਤ ਭਾਰਤ ਤੇ ਚੀਨੀ ਸੈਨਿਕਾਂ ਵਿਚਕਾਰ ਹਿੰਸਕ ਝੜਪ ਹੋਈ ਸੀ, ਜਿਹਦੇ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸੀ। ਉਸ ਤੋਂ ਲੈ ਕੇ ਹੁਣ ਤੱਕ ਰਾਹੁਲ ਗਾਂਧੀ ਲਗਾਤਾਰ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਸੀ। ਪਰ ਜੇ ਲੋਕਾਂ ਦੇ ਟਵਿੱਟਰ ਤੇ ਗੱਲ ਕਰ ਲਈਏ ਤਾਂ ਟਵਿੱਟਰ ਤੇ ਜ਼ਿਆਦਾਤਰ ਲੋਕ ਵਿਦੇਸ਼ ਮੰਤਰੀ ਤੇ ਇਸ ਜਵਾਬ ਤੋਂ ਬਹੁਤੇ ਸੰਤੁਸ਼ਟ ਨਹੀਂ ਨਜ਼ਰ ਆ ਰਹੇ, ਆਪਣੇ ਪ੍ਰਤੀਕਰਮ ਦੇ ਰਹੇ ਨੇ। ਇੱਕ ਮਸ਼ਹੂਰ ਪੱਤਰਕਾਰ ਰਾਹੁਲ ਪੰਡਿਤਾ ਨੇ ਟਵੀਟ ਕਰਕੇ ਕਿਹਾ ਕਿ ਹਥਿਆਰ ਰੱਖਣ ਦਾ ਕੀ ਫਾਇਦਾ ਜੇ ਤੁਸੀਂ ਉਹਨਾਂ ਦਾ ਇਸਤੇਮਾਲ ਹੀ ਨਹੀਂ ਕਰ ਸਕਦੇ। ਜਦੋਂ ਤੁਹਾਡੇ ਕਮਾਂਡਿੰਗ ਅਫਸਰ ਮਾਰੇ ਜਾ ਰਹੇ ਨੇ ਪਰ ਤੁਸੀਂ ਉਹਨਾਂ ਦਾ ਇਸਤੇਮਾਲ ਕਰ ਨਹੀਂ ਸਕਦੇ ਕਿਉਂਕਿ ਤੁਹਾਡੇ ਵਿੱਚ ਸੰਧੀ ਹੋਈ ਹੈ। ਪੂਰੀ ਦੁਨੀਆ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਕੋਵਿਡ-19 ਬਾਰੇ ਗੱਲ ਕਰਾਂਗੇ। ਦੁਨੀਆ ਭਰ ਵਿੱਚ ਜਿੰਨੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 4 ਵਿੱਚੋਂ ਮਰਨ ਵਾਲਾ ਇੱਕ ਅਮਰੀਕੀ ਹੈ। ਅਮਰੀਕਾ ਦੇ ਇੱਕ ਸਿਹਤ ਮਾਹਿਰ ਨੇ ਕਿਹਾ ਕਿ ਅਮਰੀਕਾ ਵਿੱਚ ਇਹ ਕਰੋਨਾ ਵਾਇਰਸ ਦੀ ਪਹਿਲੀ ਲਹਿਰ ਹੈ ਤੇ ਦੂਜੀ ਹਲੇ ਬਾਕੀ ਹੈ। ਲਾਕਡਾਊਨ ਵਿੱਚ ਦਿੱਤੀ ਜਾ ਰਹੀ ਢਿੱਲ ਤੋਂ ਬਾਅਦ 6 ਅਮਰੀਕੀ ਸੂਬਿਆਂ ਵਿੱਚ ਕੇਸ ਲਗਾਤਾਰ ਵੱਧ ਰਹੇ ਨੇ। ਕਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਜਰਮਨੀ ਦੇ ਵਿੱਚ ਅਕਤੂਬਰ ਤੱਕ ਵੱਡੇ ਸਮਾਗਮਾਂ ਤੇ ਬੈਨ ਲਾ ਦਿੱਤਾ ਗਿਆ। ਬ੍ਰਿਟੇਨ ਵਿੱਚ ਕਰੋਨਾ ਵਾਇਰਸ ਦੇ ਮਾਮਲੇ 3 ਲੱਖ ਪਾਰ ਕਰ ਗਏ ਨੇ ਤੇ ਹੁਣ ਤੱਕ ਇੱਥੇ 42,238 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਤੋਂ ਖਬਰ ਚੰਗੀ ਨਹੀਂ ਹੈ ਕਿਉਂਕਿ ਉੱਥੇ ਕੋਵਿਡ-19 ਦੇ ਨਾਲ ਹੁਣ ਤੱਕ ਕਰੀਬ 500 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਸਿਹਤ ਮਾਮਲਿਆਂ ਤੇ ਰੱਖਣ ਵਾਲੀ ਸਰਕਾਰੀ ਸੰਸਥਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪਿਛਲੇ ਮਹੀਨੇ ਇਹ ਅੰਕੜਾ 101 ਸੀ, ਪਰ ਮਈ ਤੋਂ ਬਾਅਦ ਜੂਨ ਦੇ ਵਿੱਚ ਇਹ ਅੰਕੜਾ ਲਗਾਤਾਰ ਵਧਿਆ ਹੈ ਤੇ ਹੁਣ ਕੋਵਿਡ-19 ਨਾਲ ਮਰਨ ਵਾਲੇ ਡਾਕਟਰਾਂ ਦੀ ਗਿਣਤੀ 499 ਹੋ ਚੁੱਕੀ ਹੈ। ਜਰਮਨੀ ਦੇ ਇੱਕ ਬੁੱਚੜਖਾਨੇ ਵਿੱਚ ਕੋਵਿਡ-19 ਫੈਲਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਕੁਆਰੰਟਾਈਨ ਰਹਿਣ ਦੇ ਲਈ ਕਹਿ ਦਿੱਤਾ ਗਿਆ ਹੈ। ਦੇਸ਼ ਦੇ ਉੱਤਰ ਪੱਛਮ ਵਿੱਚ ਸਥਿਤ ਗੁਟਰਸੱਲੋ ਦੇ ਵਿੱਚ ਮੀਟ ਪ੍ਰੋਸੈਸਿੰਗ ਪਲਾਂਟ ਵਿੱਚ ਹੁਣ ਤੱਕ 650 ਤੋਂ ਵੱਧ ਲੋਕ ਕਰੋਨਾ ਟੈਸਟ ਵਿੱਚ ਪੋਜ਼ਿਟਿਵ ਮਿਲੇ ਨੇ। ਬੁੱਧਵਾਰ ਤੋਂ ਬਾਅਦ ਇੱਥੇ ਕੰਮ ਬੰਦ ਕਰ ਦਿੱਤਾ ਗਿਆ। ਪੇਰੂ ਵੀ ਇੱਕ ਅਜਿਹਾ ਮੁਲਕ ਹੈ ਜਿੱਥੇ ਭਾਰਤ ਵਾਂਗੂ ਕੋਵਿਡ-19 ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਪੇਰੂ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਹੁਣ ਇਟਲੀ ਤੋਂ ਵੀ ਵੱਧ ਹੋ ਗਏ ਨੇ, ਜਦਕਿ ਸ਼ੁਰੂਆਤ ਵਿੱਚ ਪੂਰੇ ਯੂਰਪ ਵਿੱਚ ਕਰੋਨਾ ਦੀ ਲਾਗ ਨਾਲ ਸਭ ਤੋਂ ਵੱਧ ਇਟਲੀ ਹੀ ਪ੍ਰਭਾਵਿਤ ਹੋਇਆ ਸੀ। ਕੋਵਿਡ-19 ਦੇ ਕੁੱਲ ਮਾਮਲਿਆਂ ਦੇ ਵਿੱਚ ਪੇਰੂ ਬ੍ਰਾਜ਼ੀਲ ਤੋਂ ਬਾਅਦ ਦੂਸਰੇ ਨੰਬਰ ਤੇ ਹੈ। ਹੁਣ ਤੱਕ ਇੱਥੇ 7,257 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬ੍ਰਾਜ਼ੀਲ ਦੇ ਵਿੱਚ 45,000 ਲੋਕਾਂ ਦੀ ਕੋਵਿਡ-19 ਦੇ ਨਾਲ ਮੌਤ ਹੋ ਚੁੱਕੀ ਹੈ। ਸਪੇਨ ਵਿੱਚ ਇਸ ਸਾਲ ਦੇ ਅੰਤ ਤੱਕ ਵੀ ਨਾਈਟ ਕਲੱਬ ਨਹੀਂ ਖੁੱਲਣਗੇ। ਸਪੇਨ ਦੇ ਬੇਲੀਆਰਿਕ ਆਈਲੈਂਡ ਦੀ ਸਰਕਾਰ ਫਿਲਹਾਲ ਇਸ ਸਾਲ ਜਾਂ ਜਦੋਂ ਤੱਕ ਕਰੋਨਾ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਨਾਈਟ ਕਲੱਬ ਖੋਲਣ ਦੀ ਇਜਾਜ਼ਤ ਨਹੀਂ ਦੇਵੇਗੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਰੋਕ 2021 ਤੱਕ ਵੀ ਲਾਗੂ ਰਹਿ ਸਕਦੀ ਹੈ। ਕਈ ਸਥਾਨਕ ਬਾਰ ਤਾਂ ਇਸ ਨੂੰ ਲੈ ਕੇ ਨੋਟਿਸ ਵੀ ਲਾ ਚੁੱਕੇ ਨੇ। ਅਮਰੀਕਾ ਤੋਂ ਇੱਕ ਬੜੀ ਅਜੀਬ ਖਬਰ ਹੈ ਜਿੱਥੇ ਇੱਕ ਵਿਅਕਤੀ ਨੂੰ ਜਹਾਜ਼ ਵਿੱਚੋਂ ਇਸ ਕਰਕੇ ਉਤਾਰ ਦਿੱਤਾ ਗਿਆ ਕਿਉਂਕਿ ਉਸਨੇ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਾ ਵਿੱਚ ਇਹ ਇਸ ਤਰ੍ਹਾਂ ਦੀ ਇੱਕ ਪਹਿਲੀ ਘਟਨਾ ਹੈ। ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਦੇਖ ਲਈਏ ਤਾਂ ਮਾਸਕ ਨਾ ਪਹਿਨਣ ਤੇ ਜਹਾਜ਼ ਤੋਂ ਉਤਾਰਨ ਵਾਲੀ ਘਟਨਾ ਪਹਿਲੀ ਵਾਰੀ ਹੀ ਵਾਪਰੀ ਹੋਏਗੀ। ਦਰਅਸਲ ਨਿਊਯਾਰਕ ਤੋਂ ਡੈਲਸ ਜਾ ਰਹੀ ਫਲਾਈਟ ਦੇ ਉਡਾਣ ਭਰਨ ਤੋਂ ਠੀਕ ਪਹਿਲਾਂ ਬ੍ਰੈਂਡਨ ਸਟ੍ਰਾਕਾ ਨੂੰ ਉਤਰਨ ਲਈ ਕਹਿ ਦਿੱਤਾ ਗਿਆ। ਕੰਜ਼ਰਵੇਟਿਵ ਐਕਟਿਵਿਸਟ ਨੇ ਟਵਿੱਟਰ ਤੇ ਇਸ ਘਟਨਾ ਨੂੰ ਵਿਸਥਾਰ ਨਾਲ ਦੱਸਿਆ ਤੇ ਇਸ ਨੂੰ ਪਾਗਲਪਨ ਕਰਾਰ ਦਿੱਤਾ। ਅਮਰੀਕਾ ਵਿੱਚ ਫਿਲਹਾਲ ਯਾਤਰੀਆਂ ਨੂੰ ਮਾਸਕ ਪਹਿਨਣਾ ਜ਼ਰੂਰੀ ਕਰਨ ਵਰਗਾ ਕੋਈ ਕਾਨੂੰਨ ਲਾਗੂ ਨਹੀਂ ਹੈ, ਪਰ 에ਅਰਲਾਈਨਸ ਆਪਣੇ ਹਿਸਾਬ ਨਾਲ ਯਾਤਰਾ ਦੇ ਨਿਯਮ ਤੈਅ ਕਰ ਸਕਦੀ ਹੈ। ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਆਰੋਪ ਲਾਇਆ ਹੈ ਕਿ ਰੂਸ, ਚੀਨ ਤੇ ਈਰਾਨ
ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਲਈ ਕਰੋਨਾ ਮਹਾਮਾਰੀ ਦਾ ਗਲਤ ਫਾਇਦਾ ਚੁੱਕ ਰਹੇ ਨੇ। ਸਕਾਈ ਨਿਊਜ਼ ਨਾਲ ਗੱਲਬਾਤ ਕਰਦਿਆਂ ਡੋਮਿਨਿਕ ਨੇ ਕਿਹਾ ਕਿ ਇਸ ਵਾਇਰਸ ਨਾਲ ਕਈ ਦੇਸ਼ਾਂ ਨੂੰ ਮੌਕੇ ਮਿਲੇ ਨੇ ਤੇ ਇਹ ਮੌਕੇ ਸਾਈਬਰ ਤੇ ਹੋਰ ਤਰੀਕਿਆਂ ਦੇ ਨਾਲ ਮਿਲੇ ਨੇ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਹਾਂਗਕਾਂਗ ਦੇ ਸੰਬੰਧ ਵਿੱਚ ਇਹ ਦੇਖਿਆ। ਮੈਨੂੰ ਇਹ ਵੀ ਲੱਗਦਾ ਹੈ ਕਿ ਕੁਝ ਲੋਕ ਕੌਮੀ ਸੁਰੱਖਿਆ ਕਾਨੂੰਨ ਨੂੰ ਅੱਗੇ ਰੱਖ ਕੇ ਮੌਕੇ ਦਾ ਫਾਇਦਾ ਉਠਾ ਰਹੇ ਨੇ, ਜਦੋਂ ਕਿ ਦੁਨੀਆ ਦਾ ਧਿਆਨ ਕਰੋਨਾ ਵਾਇਰਸ ਤੇ ਹੈ। ਡੋਮਿਨਿਕ ਨੇ ਰੂਸ ਉੱਤੇ ਇੰਟਰਨੈਟ ਅਤੇ ਦੂਸਰੇ ਸਾਧਨਾਂ ਦੇ ਜ਼ਰੀਏ ਗਲਤ ਜਾਣਕਾਰੀ ਫੈਲਾਉਣ ਦਾ ਇਲਜ਼ਾਮ ਵੀ ਲਾਇਆ ਹੈ। ਪੂਰੀ ਦੁਨੀਆ ਦੀਆਂ ਖਬਰਾਂ ਦੇ ਵਿੱਚ ਹੁਣ ਗੱਲ ਕਰਾਂਗੇ ਚੀਨ ਭਾਰਤ ਤਣਾਅ ਦੀ। ਭਾਰਤ ਨੇ ਕਿਹਾ ਕਿ ਚੀਨ ਦਾ ਗਲਵਾਨ ਵਾਦੀ ਉੱਤੇ ਦਾਅਵਾ ਬੇਲੋੜ ਹੈ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਤੇ ਚੀਨ ਦੀ ਪ੍ਰਭੂਸੱਤਾ ਦੇ ਦਾਅਵੇ ਨੂੰ ਭਾਰਤ ਨੇ ਰੱਦ ਕੀਤਾ ਹੈ। ਕਿਹਾ ਕਿ ਇਹ ਗੈਰ ਜ਼ਰੂਰੀ ਤੇ ਵਧਾ ਚੜਾ ਕੇ ਕੀਤਾ ਗਿਆ ਦਾਅਵਾ ਹੈ। ਭਾਰਤ ਕਹਿੰਦਾ ਕਿ ਇਹ ਦਾਅਵਾ ਉਸ ਆਪਸੀ ਸਹਿਮਤੀ ਦੇ ਉਲਟ ਹੈ ਜੋ 6 ਜੂਨ ਨੂੰ ਦੋਵਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਫੌਜੀ ਗੱਲਬਾਤ ਦੌਰਾਨ ਹੋਈ ਸੀ। ਚੀਨੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਗਲਵਾਨ ਵਾਦੀ ਹਮੇਸ਼ਾ ਚੀਨ ਦਾ ਹਿੱਸਾ ਰਹੀ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ PLA ਦੇ ਦਾਅਵੇ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਬਿਆਨ ਦਿੱਤਾ ਹੈ ਕਿ ਚੀਨ ਦਾ ਗਲਵਾਨ ਵਾਦੀ ਤੇ ਦਾਅਵਾ ਬੇਲੋੜ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਇੱਕ ਹੋਰ ਬਿਆਨ ਵੀ ਜਾਰੀ ਕੀਤਾ ਹੈ ਕਿ ਸਰਹੱਦ ਦੇ ਉੱਤੇ ਤਾਜ਼ਾ ਹਾਲਾਤ ਸਥਿਰ ਨੇ ਤੇ ਕੰਟਰੋਲ ਵਿੱਚ ਨੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਹੀ ਪੱਖ ਜਲਦ ਤੋਂ ਜਲਦ ਹਾਲਾਤ ਨੂੰ ਸ਼ਾਂਤ ਕਰਨ ਲਈ ਤਿਆਰ ਹੋ ਚੁੱਕੇ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯੰਗ ਨੇ ਕਿਹਾ ਹੈ ਕਿ ਭਾਰਤ ਵਿੱਚ ਫਰੰਟ ਲਾਈਨ ਸੈਨਿਕਾਂ ਨੇ ਸਹਿਮਤੀ ਤੋੜੀ ਅਤੇ ਕੰਟਰੋਲ ਰੇਖਾ ਪਾਰ ਕੀਤੀ ਤੇ ਜਾਣਬੁੱਝ ਕੇ ਚੀਨ ਦੇ ਸੈਨਿਕਾਂ ਤੇ ਅਧਿਕਾਰੀਆਂ ਤੇ ਹਮਲਾ ਕੀਤਾ, ਜਿਸ ਨਾਲ ਹਿੰਸਕ ਝੜਪ ਹੋਈ ਤੇ ਲੋਕ ਮਾਰੇ ਗਏ। ਚੁਨਯੰਗ ਨੇ ਕਿਹਾ ਕਿ ਭਾਰਤ ਮੌਜੂਦਾ ਹਾਲਾਤ ਤੇ ਗਲਤ ਰਾਏ ਨਾ ਬਣਾਏ। 1967 ਦਾ ਵੀ ਸਮਾਂ ਯਾਦ ਕਰਵਾ ਦਿੰਨੇ ਆ ਜਦੋਂ ਭਾਰਤ ਚੀਨ ਤੇ ਭਾਰੀ ਪਿਆ ਸੀ ਤੇ ਚੀਨ ਦੇ ਸਰਕਾਰੀ ਮੀਡੀਆ ਨੇ ਕਦੇ ਵੀ 5 ਸਾਲ ਬਾਅਦ 1967 ਵਿੱਚ ਨਾਥੂਲਾ ਵਿੱਚ ਹੋਈ ਇਸ ਘਟਨਾ ਦਾ ਜ਼ਿਕਰ ਨਹੀਂ ਕੀਤਾ। ਤੇ ਨਾਥੂਲਾ ਦੇ ਵਿੱਚ ਜਦੋਂ ਇਹ ਘਟਨਾ ਹੋਈ ਸੀ ਤਾਂ ਚੀਨ ਦੇ 300 ਤੋਂ ਵੱਧ ਫੌਜੀ ਮਾਰੇ ਗਏ ਸੀ, ਜਦੋਂ ਕਿ ਭਾਰਤ ਦੇ 65 ਜਵਾਨਾਂ ਦੀ ਮੌਤ ਹੋਈ ਸੀ। 1962 ਦੀ ਲੜਾਈ ਤੋਂ ਬਾਅਦ ਭਾਰਤ ਤੇ ਚੀਨ ਦੋਵਾਂ ਨੇ ਇੱਕ ਦੂਜੇ ਵੱਲੋਂ ਆਪਣੇ ਰਾਜਦੂਤ ਵਾਪਸ ਬੁਲਾ ਲਏ ਸੀ। ਦੋਵੇਂ ਰਾਜਧਾਨੀਆਂ ਵਿੱਚ ਇੱਕ ਛੋਟਾ ਮਿਸ਼ਨ ਜ਼ਰੂਰ ਕੰਮ ਕਰ ਰਿਹਾ ਸੀ। ਅਚਾਨਕ ਚੀਨ ਨੇ ਇਲਜ਼ਾਮ ਲਾ ਦਿੱਤਾ ਸੀ ਕਿ ਭਾਰਤੀ ਮਿਸ਼ਨ ਵਿੱਚ ਕੰਮ ਕਰ ਰਹੇ 2 ਮੁਲਾਜ਼ਮ ਭਾਰਤ ਦੇ ਲਈ ਜਾਸੂਸੀ ਕਰ ਰਹੇ ਨੇ, ਜਿਸ ਤੋਂ ਬਾਅਦ 1967 ਦੇ ਵਿੱਚ ਨਾਥੂਲਾ ਦੇ ਵਿੱਚ ਦੋਵਾਂ ਫੌਜਾਂ ਦੀ ਝੜਪ ਹੋਈ ਸੀ। ਗੱਲ ਜ਼ਰੂਰ ਕਰਾਂਗੇ ਕਰੋਨਾ ਵਾਇਰਸ ਦੇ ਟੀਕੇ ਦੀ। ਕਰੋਨਾ ਵਾਇਰਸ ਦਾ ਟੀਕਾ ਤਿਆਰ ਕਰਨ ਦੇ ਲਈ ਵਿਸ਼ਵ ਪੱਧਰ ਤੇ ਮੁਕਾਬਲਾ ਚੱਲ ਰਿਹਾ ਹੈ ਅਤੇ ਅਮੀਰ ਦੇਸ਼ ਪਹਿਲਾਂ ਹੀ ਇਹਨਾਂ ਟੀਕਿਆਂ ਦਾ ਆਰਡਰ ਦੇ ਕੇ ਟੀਕੇ ਬੁੱਕ ਕਰ ਰਹੇ ਨੇ ਤੇ ਅਜਿਹੇ ਹਾਲਾਤਾਂ ਦੇ ਵਿੱਚ ਗਰੀਬ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਇਹ ਟੀਕੇ ਮਿਲਣਗੇ ਜਾਂ ਨਹੀਂ, ਇਹ ਇੱਕ ਵੱਡਾ ਸਵਾਲ ਹੈ। ਸੰਯੁਕਤ ਰਾਸ਼ਟਰ, ਰੈੱਡ ਕਰਾਸ ਤੇ ਰੈੱਡ ਕ੍ਰਿਸੈਂਟ ਤੇ ਹੋਰ ਜਥੇਬੰਦੀਆਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਨੈਤਿਕ ਤੌਰ ਤੇ ਇਹ ਲਾਜ਼ਮੀ ਹੈ ਕਿ ਟੀਕਾ ਹਰ ਮੁਲਕ ਤੱਕ ਪਹੁੰਚੇ, ਪਰ ਬਿਨਾਂ ਕਿਸੇ ਵਿਸਤ੍ਰਿਤ ਰਣਨੀਤੀ ਤੋਂ ਟੀਕਿਆਂ ਦੀ ਸਹੀ ਵੰਡ ਪੂਰੇ ਮੁਲਕ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਸੰਭਵ ਨਹੀਂ ਹੈ। ਕਰੋਨਾ ਖਾਤਮਾ ਟੀਕਾ ਬਣਾਉਣ ਦੇ ਲਈ ਦਰਅਸਲ ਵਿਸ਼ਵ ਵਿਆਪੀ ਤੌਰ ਤੇ ਕੋਸ਼ਿਸ਼ਾਂ ਜਾਰੀ ਨੇ, ਪਰ ਅਗਲੇ ਸਾਲ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਟੀਕਾ ਜਿਹੜਾ ਬਣਨ ਦੀ ਜਾਂ ਮਿਲਣ ਦੀ ਉਮੀਦ ਨਹੀਂ ਹੈ। ਫਿਰ ਵੀ ਬਹੁਤ ਸਾਰੇ ਅਮੀਰ ਦੇਸ਼ਾਂ ਨੇ ਇਸ ਦੇ ਆਉਣ ਤੋਂ ਪਹਿਲਾਂ ਹੀ ਇਸ ਦੇ ਲਈ ਆਰਡਰ ਦੇਣੇ ਸ਼ੁਰੂ ਕਰ ਦਿੱਤੇ ਨੇ। ਬਰਤਾਨੀਆ ਤੇ ਅਮਰੀਕਾ ਨੇ ਤਾਂ ਇਹਦੇ ਵਿੱਚ ਲੱਖਾਂ ਡਾਲਰਾਂ ਦਾ ਨਿਵੇਸ਼ ਕਰ ਵੀ ਦਿੱਤਾ ਹੈ ਤੇ ਬਦਲੇ ਵਿੱਚ ਦੋਵੇਂ ਦੇਸ਼ ਇਹ ਚਾਹੁੰਦੇ ਨੇ ਕਿ ਉਹਨਾਂ ਨੂੰ ਟੀਕਾ ਸਭ ਤੋਂ ਪਹਿਲਾਂ ਦਿੱਤਾ ਜਾਵੇ। WHO ਨੇ ਹਾਈਡਰੋਕਸੀਕਲੋਰੋਕੁਇਨ ਦਾ ਟ੍ਰਾਇਲ ਬੰਦ ਕਰ ਦਿੱਤਾ ਹੈ। ਮਲੇਰੀਆ ਦੀ ਇਸ ਦਵਾਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਵਾਇਰਸ ਨੂੰ ਰੋਕਣ ਲਈ ਗੇਮ ਚੇਂਜਰ ਕਿਹਾ ਸੀ। WHO ਨੇ ਕਿਹਾ ਕਿ ਕੁਝ ਮੁਲਕਾਂ ਦੇ ਵਿੱਚ ਇਸ ਦਵਾਈ ਦੀ ਟੈਸਟਿੰਗ ਇਸ ਕਰਕੇ ਰੋਕ ਦਿੱਤੀ ਹੈ ਕਿਉਂਕਿ ਇਸ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਸੀ। 2 ਦਿਨ ਪਹਿਲਾਂ ਅਮਰੀਕਾ ਨੇ ਵੀ ਇਸ ਦਵਾਈ ਦਾ ਇਸਤੇਮਾਲ ਬੰਦ ਕਰ ਦਿੱਤਾ ਸੀ। WHO ਨੇ ਖਾਣ ਪੀਣ ਬਾਰੇ ਕੁਝ ਹਦਾਇਤਾਂ ਨੇ ਜਿਹੜੀਆਂ ਉਹ ਤੁਹਾਨੂੰ ਸਾਰਿਆਂ ਨੂੰ ਜਾਰੀ ਕੀਤੀਆਂ ਨੇ। ਸਭ ਤੋਂ ਪਹਿਲੀ ਹਦਾਇਤ ਹੈ ਖਾਣ ਪੀਣ ਬਾਰੇ ਕਿ ਹਮੇਸ਼ਾ ਸਾਫ਼ ਸੁਥਰੇ ਰਹੋ। ਖਾਣਾ ਬਣਾਉਣ ਤੋਂ ਪਹਿਲਾਂ ਤੇ ਪਕਾਉਂਦੇ ਹੋਏ ਵਾਰ-ਵਾਰ ਆਪਣੇ ਹੱਥ ਧੋਵੋ। ਟਾਇਲਟ ਜਾਣ ਤੋਂ ਬਾਅਦ ਹੱਥ ਸਾਫ਼ ਕਰੋ। ਭੋਜਨ ਬਣਾਉਣ ਦੀ ਥਾਂ, ਚੁੱਲ੍ਹਾ ਤੇ ਭਾਂਡੇ ਚੰਗੀ ਤਰ੍ਹਾਂ ਧੋਵੋ, ਫਿਰ ਵਰਤੋ ਤੇ ਉਹਨਾਂ ਨੂੰ ਸੈਨੀਟਾਈਜ਼ ਵੀ ਕਰੋ। ਰਸੋਈ ਨੂੰ ਕੀੜਿਆਂ ਤੇ ਹੋਰ ਜਾਨਵਰਾਂ ਤੋਂ ਬਚਾ ਕੇ ਰੱਖੋ। ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਨੇ ਯੂਰਪੀਅਨ ਸੰਘ ਨੂੰ ਕਮਜ਼ੋਰ ਅਰਥ ਵਿਵਸਥਾ ਦੇ ਵਿੱਚੋਂ ਉਭਾਰਨ ਦੇ ਵਿੱਚ ਮਦਦ ਕਰਨ ਦੇ ਲਈ ਫੰਡ ਜੁਟਾਉਣ ਦੀ ਅਪੀਲ ਕੀਤੀ ਹੈ। ਜਰਮਨੀ ਦੀ ਸੰਸਦ ਦੇ ਵਿੱਚ ਐਂਜੇਲਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਅਰਥ ਵਿਵਸਥਾ ਨੂੰ ਉਭਾਰਨ ਦੇ ਲਈ ਜ਼ਰੂਰੀ ਹੈ ਕਿ ਯੂਰਪੀਅਨ ਸੰਘ ਦੇ ਦੇਸ਼ ਇਕਜੁੱਟ ਹੋ ਕੇ ਕੰਮ ਕਰਨ। ਉਹਨਾਂ ਕਿਹਾ ਕਿ ਇਸ ਮਹਾਮਾਰੀ ਨੇ ਸਾਨੂੰ ਦਿਖਾ ਦਿੱਤਾ ਹੈ ਕਿ ਯੂਰਪੀ ਪ੍ਰੋਜੈਕਟ ਬਿਖਰਿਆ ਹੈ ਤੇ ਇਕਜੁੱਟ ਹੋਣਾ ਇੰਨਾ ਜ਼ਰੂਰੀ ਕਦੇ ਨਹੀਂ ਰਿਹਾ ਜਿੰਨਾ ਅੱਜ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਹਾਮਾਰੀ ਨਾਲ ਅਰਥ ਵਿਵਸਥਾ ਜਿਸ ਤਰ੍ਹਾਂ ਦੇ ਨਾਲ ਡਿੱਗੀ ਹੈ ਉਹ ਯੂਰਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਪੰਜਾਬ ਭਾਰਤ ਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਤੁਹਾਡੇ ਤੋਂ ਇੱਥੇ ਹੀ ਇਜਾਜ਼ਤ ਚਾਹੁੰਦੇ ਆ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਕਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ, ਸਾਵਧਾਨੀਆਂ ਜ਼ਰੂਰ ਵਰਤਣੀਆਂ ਨੇ। ਜਦੋਂ ਤੁਸੀਂ ਕੰਮਾਂ ਤੇ ਜਾਣਾ ਜਾਂ ਬਾਹਰ ਜਾਣਾ ਹੈ, ਮਾਸਕ ਲਾ ਕੇ ਜ਼ਰੂਰ ਜਾਇਓ। ਹੱਥ ਆਪਣੇ ਧੋਂਦੇ ਰਹੋ, ਸਾਫ਼ ਕਰਦੇ ਰਹੋ। ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈ। 2 ਗਜ਼ ਦੀ ਦੂਰੀ ਹਮੇਸ਼ਾ ਬਣਾ ਕੇ ਰੱਖੋ, ਕਿਉਂਕਿ ਲਾਗ ਦੀ ਬਿਮਾਰੀ ਇਹ ਘੋਸ਼ਿਤ ਹੋ ਚੁੱਕੀ ਹੈ ਪੂਰੀ ਦੁਨੀਆ ਦੇ ਵਿੱਚ। ਸੋ ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਹੈ। ਤੇ ਵੈਸੇ ਵੀ ਜੇ ਤੁਸੀਂ ਕਾਨੂੰਨ ਜਾਂ ਨਿਯਮ ਤੋੜਦੇ ਹੋ, ਹਦਾਇਤਾਂ ਦਾ ਪਾਲਣ ਨਹੀਂ ਕਰਦੇ, ਤਾਂ ਪੰਜਾਬ ਦੇ ਵਿੱਚ ਤਾਂ ਜੁਰਮਾਨੇ ਵੀ ਲਾਏ ਹੋਏ ਨੇ, ਹੋਰ ਵੀ ਕਈ ਥਾਵਾਂ ਤੇ ਜੁਰਮਾਨੇ ਲਾਏ ਹੋਏ ਨੇ। ਸੋ ਤੁਸੀਂ ਸਾਰਿਆਂ ਨੇ ਆਪਣਾ ਧਿਆਨ ਰੱਖਣਾ ਹੈ, ਕੰਮ ਜ਼ਰੂਰ ਡਟ ਕੇ ਕਰਨਾ ਹੈ। ਆਪਣੀ ਰੋਜ਼ੀ ਰੋਟੀ ਕਮਾਉਣੀ ਹੈ। ਸਰਕਾਰਾਂ ਤੋਂ ਨਹੀਂ ਆਸ ਰੱਖਣੀ, ਨਾ ਸਰਕਾਰਾਂ ਤੋਂ ਕੋਈ ਝਾਕ ਰੱਖਣੀ ਹੈ। ਸਰਕਾਰਾਂ ਨੇ ਹੁਣ ਤੱਕ ਜਦੋਂ 3 ਮਹੀਨੇ ਬਹੁਤ ਕ੍ਰੂਸ਼ਲ ਸੀਗੇ ਨਹੀਂ ਦਿੱਤਾ, ਤੇ ਹੁਣ ਤਾਂ ਦੂਸਰੀ ਲਹਿਰ ਕਹਿ ਸਕਦੇ ਆ ਪੰਜਾਬ ਦੇ ਵਿੱਚ ਵੀ ਇੱਕ ਵਾਰੀ ਬਿਲਕੁਲ ਖਾਤਮਾ ਹੀ ਹੋ ਗਿਆ ਸੀ। ਇੱਕ ਉਹ ਦਿਨ ਵੀ ਸੀ ਜਦੋਂ 1 ਕੇਸ ਆਉਂਦਾ ਸੀ ਪੰਜਾਬ ਦੇ ਵਿੱਚ, ਤੇ ਹੁਣ ਫਿਰ 100 ਤੋਂ ਵੱਧ ਕੇਸ ਰੋਜ਼ਾਨਾ ਪੋਜ਼ਿਟਿਵ ਆ ਜਾਂਦੇ ਨੇ। ਸੋ ਦੂਸਰੀ ਲਹਿਰ ਪੰਜਾਬ ਦੇ ਵਿੱਚ ਵੀ ਕਹਿ ਸਕਦੇ ਆ। ਸੋ ਤੁਸੀਂ ਸਾਰਿਆਂ ਨੇ ਆਪਣਾ ਧਿਆਨ ਰੱਖਣਾ ਹੈ, ਆਪਣੇ ਕੰਮ ਆਪ ਸਵਾਰਨੇ ਨੇ, ਸਰਕਾਰਾਂ ਤੋਂ ਆਸ ਨਹੀਂ ਰੱਖਣੀ, ਮਿਹਨਤ ਮੁਸ਼ੱਕਤ ਕਰਨੀ ਹੈ, ਅੱਗੇ ਵਧਣਾ ਹੈ। ਤੇ ਖੁਦਕੁਸ਼ੀ ਵਰਗੇ ਕਦਮ ਨੇ ਜਿਹੜੇ ਉਹਨਾਂ ਤੋਂ ਦੂਰ ਹੀ ਰਹਿਣਾ ਹੈ, ਕਿਉਂਕਿ 1-2 ਪਲਾਂ ਦੀ ਖੇਡ ਹੁੰਦੀ ਹੈ ਜਦੋਂ ਬੰਦਾ ਆਪਣੇ ਆਪ ਨੂੰ ਖਤਮ ਕਰਦਾ ਹੈ, ਤੇ ਉਹਨਾਂ ਪਲਾਂ ਦੇ ਵਿੱਚ ਹੀ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੁੰਦਾ ਹੈ। ਸੋ ਲੋੜਵੰਦਾਂ ਦੀ ਜ਼ਰੂਰ ਤੁਸੀਂ ਮਦਦ ਕਰਦੇ ਰਹੋ। ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਪ੍ਰਾਈਮ ਟਾਈਮ ਦੇ ਵਿੱਚ।